श्री नानक पुरुषोत्तमं परम प्रावरनाथ। युगल चरण मम बंदना, धर पर धर कर माथ। गुरु नानक अंगद गुरु, अमरदास पद बंद। रामदास अर्जुन गुरु, बर श्री हर गोबिंद। हरि राय हर कृष्ण गुर, तेग बहादुर चंद। दसवें गोबिंद सिंह गुर, नमो चरण अरविंद। एक ओंकार सतगुरु, तेह प्रसाद सच होए। वाहिगुरु जी की फतेह, विघ्न विनाशन सो। श्री गुर शब्द कमाए जिन, जीते पंच विकार। तिन संतन को बंदना, सिर चरणन पर तहार। कहाँ बुद्ध प्रभ तुच्छ हमारी, वर्ण सकह महिमा जो तिहारी। हम ना सकत कर सिफत तुम्हारी, आप ले हो तुम कथा सुधारी। बेसुमार अथाह अगणत तुलह, जो बलावह त्यो नानक दास बोले। श्री वाहिगुरु साहिब जी चौबे, चेतन आत्म छाया जोए। रत विपद अंतःकरण होए, आर्य ज्ञान अंश के सहित। इसमें करम बीजन रहत, चौबे चेतन आत्म छाया जोए। वाहिगुरु जी का खालसा, वाहिगुरु जी की फतेह। सत्कारयोग सतगुरां दी साजी नवाजी, गुरु प्यारी गुरु सवारी। गुरु खालसा साध संगत, जुगो जुग अटल। गुरता गद्दी ते शोभाएमान, दसां पातशाहियां दी आत्मक जोत। सतगुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर जुड़न का सुभाग प्राप्त हो रहा है। जिनके भाग वड्डे हैं भाई, तिन साधु संग मुख जुरे। वड्डियां भागां दे नाल सतगुरु जी दे पवित्र स्थान गुरुद्वारा शहीद बाबा निहाल सिंह जी तलन विखे सतगुरु साहिब जी दे दर्शन दीदारे हो रहे हैं। महापुरखों के तप अस्थान के उत्ते हाज़रियां भरन का समा मिल रहा है। संध्या के दीवान विच वड्डियां भागां वालियां संगतां ने गुरु की बाणी का मनोहर कीर्तन, गुरु के कीर्तनीय ਸਿੰਘਾਂ ਦੇ पासों सरवण किया। उपरंत रहरास साहब का पाठ गुरसिੱਖੀ के नियम के मुताबक गुरु की हजूरी विच ग्रंथी ਸਿੰਘਾਂ ने किया है। हुण आपां सारे रल मिल के जो इतिहास की लड़ीवार कथा चल रही है, उस कथा दे विच हाज़री भर रहे हाँ। साहिबे कमाल पुत्रां दे दानी, शहीद पिता दे पुत्र, शहीद पुत्रां दे पिता, अमृत के दाते, चोजी प्रीतम, बाजां वाले ताजां वाले सतगुरु श्री गुरु गोबिंद सिंह साहिब जी महाराज श्री आनंदपुर साहिब की धरत के उत्ते संगतां नूं तार रहे हैं। बेअंत गुरु कीआं संगतां खालसा गुरु चरनां विच निता प्रति जुड़दा है। सतगुरु जी ब्रह्म ज्ञान का उपदेश बख्शिश करते हैं, माड़े कर्मां तो बचण का उपदेश बख्शिश करते हैं। गुरु की रहत रहनी बहनी विच रहण दे लई
ਸੰਗਤਾਂ ਨੂੰ ਸ਼ੁਭ ਉਪਦੇਸ਼ ਦੇ ਕੇ ਗੁਰੂ ਕੀ ਮਿਤ ਮਰਿਆਦਾ ਦ੍ਰਿੜ ਕਰਵਾਉਂਦੇ ਹਨ। ਇਸੇ ਪ੍ਰਕਾਰ ਗੁਰੂ ਕੀਆਂ ਸੰਗਤਾਂ ਨੇ ਇੱਕ ਦਿਨ ਸਤਿਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਹਿੰਦੇ ਹੋ ਕਿ ਜੀਵ ਨੂੰ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਕਰਮਾਂ ਦੇ ਮੁਤਾਬਕ ਉਹਨੂੰ ਪ੍ਰਾਲਬਧ ਮਿਲਦੀ ਹੈ, ਅੱਗੇ ਉਹਦਾ ਲੇਖਾ ਜੋਖਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਇਹ ਕਰਮ ਇੰਨੇ ਬਲੀ ਹੈ, ਇਹ ਕਰਮ ਬਣਦੇ ਕਿਵੇਂ ਹੈ, ਇਹ ਕਰਮ ਫਲੀਭੂਤ ਕਿਵੇਂ ਹੁੰਦੇ ਹੈ, ਅਤੇ ਇਹਨਾਂ ਦਾ ਫਲ ਮਨੁੱਖ ਭੋਗਦਾ ਕਿਵੇਂ ਹੈ। ਸੋ ਇਹ ਸਭ ਕੁਝ ਆਪ ਜੀ ਵਿਸਥਾਰ ਸਹਿਤ ਸੰਗਤਾਂ ਨੂੰ ਜਾਣੂ ਕਰਵਾਓ। ਜਿਸ ਵੇਲੇ ਗੁਰੂ ਕੀ ਸੰਗਤ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਅਤੇ ਸਾਹਿਬ ਜੀ ਲੱਗੇ ਕਹਿਣ ਕਿ ਖਾਲਸਾ ਜੀ, ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ ਜੀਵ ਨੂੰ ਇਸ ਸੰਸਾਰ ਦੇ ਉੱਤੇ ਜਨਮ ਮਿਲਦਾ ਹੈ। ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਉਹਦੀ ਕਿਰਪਾ ਦੇ ਨਾਲ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਮਨੁੱਖਾ ਦੇਹ ਦੀ ਪ੍ਰਾਪਤੀ ਹੁੰਦੀ ਹੈ। ਜਨਮ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਪਰ ਕਰਮ ਕਰਨ ਦੇ ਲਈ ਜੀਵ ਨੂੰ ਸੁਤੰਤਰ ਰੱਖਿਆ ਕਿ ਤੂੰ ਆਪਣੀ ਮਰਜ਼ੀ ਦੇ ਮੁਤਾਬਕ ਕਰਮ ਕਰ ਸਕਦਾ ਹੈ, ਚਾਹੇ ਚੰਗੇ ਕਰ ਲੈ ਚਾਹੇ ਮਾੜੇ ਕਰ ਲੈ। ਕਰਮ ਕਰਨਾ ਜੀਵ ਦੇ ਵੱਸ ਹੈ। ਹਾਂ, ਇਹ ਠੀਕ ਹੈ ਕਿ ਜੀਵ ਆਪਣੀ ਮਰਜ਼ੀ ਅਨੁਸਾਰ ਕਰਮ ਕਰ ਸਕਦਾ, ਕਰਮ ਕਰਨ ਦੇ ਲਈ ਸੁਤੰਤਰ ਹੈ, ਪਰੰਤੂ ਉਹਨਾਂ ਕਰਮਾਂ ਦਾ ਜੋ ਫਲ ਪ੍ਰਦਾਤਾ ਹੈ ਉਹ ਵਾਹਿਗੁਰੂ ਪਰਮੇਸ਼ਰ ਹੈ। ਕਰਮ ਅਸੀਂ ਆਪਣੀ ਮਰਜ਼ੀ ਅਨੁਸਾਰ ਕਰਦੇ ਹਾਂ, ਪਰ ਉਹਨਾਂ ਕਰਮਾਂ ਦਾ ਜਦੋਂ ਫਲ ਮਿਲਣਾ ਹੈ, ਚੰਗਿਆਂ ਦਾ ਚੰਗਾ ਅਤੇ ਮਾੜਿਆਂ ਦਾ ਮਾੜਾ, ਉਹ ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ ਵੀ ਉਹਨੇ ਕਿਵੇਂ ਦਾ ਫਲ ਸਾਨੂੰ ਦੇਣਾ ਹੈ। ਇਸ ਕਰਕੇ ਧਰਮ ਗ੍ਰੰਥਾਂ ਦੇ ਵਿੱਚ ਹਮੇਸ਼ਾ ਹੀ ਇਹ ਸ਼ੁਭ ਸਿੱਖਿਆਵਾਂ ਹੁੰਦੀਆਂ ਕਿ ਜੀਵ ਸ਼ੁਭ ਕਰਮ ਕਰੇ, ਪਰ ਕਰਮ ਕਰਕੇ ਫਲ ਦੀ ਇੱਛਾ ਨਾ ਰੱਖੇ, ਕਿਉਂਕਿ ਇੱਛਾ ਰੱਖਣ ਨਾਲ ਕੁਝ ਨਹੀਂ ਹੁੰਦਾ। ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ, ਉਹਨਾਂ ਨੇ ਕਿਸ ਤਰ੍ਹਾਂ ਦਾ ਫਲ ਸਾਨੂੰ ਸਾਡੇ ਕਰਮਾਂ ਦਾ ਭੁਗਤਾਉਣਾ ਹੈ, ਕਿਸ ਤਰ੍ਹਾਂ ਦਾ ਫਲ ਦੇਣਾ ਹੈ। ਸੋ ਜਦੋਂ ਸੰਗਤਾਂ ਨੇ ਸਵਾਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸਥਾਰ ਵਿੱਚ ਸਮਝਾਓ, ਤਾਂ ਸਤਿਗੁਰੂ ਸਾਹਿਬ ਜੀ ਨੇ ਆਪਣੀ ਮੌਜ ਦੇ ਵਿੱਚ ਆ ਕੇ ਆਖਿਆ ਕਿ ਪੰਜ ਪਿਆਰਿਆਂ ਵਿੱਚੋਂ ਜੋ ਮੁਖੀ ਸਿੰਘ ਭਾਈ ਦਇਆ ਸਿੰਘ ਸਾਹਿਬ ਜੀ ਹਨ, ਸੋ ਇਹਨਾਂ ਨੂੰ ਮੇਰਾ ਹੀ ਸਰੂਪ ਜਾਣੋ। ਜੋ ਵੀ ਤੁਹਾਡਾ ਸ਼ੰਕਾ ਹੈ, ਸਵਾਲ ਹੈ, ਪ੍ਰਸ਼ਨ ਹੈ, ਉਹ ਭਾਈ ਦਇਆ ਸਿੰਘ ਜੀ ਨੂੰ ਕਰੋ, ਅਤੇ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਤੁਹਾਡੇ ਸਵਾਲਾਂ ਦੇ ਉੱਤਰ ਦੇਣਗੇ। ਸਤਿਗੁਰੂ ਜੀ ਇੰਨਾ ਕਹਿ ਕੇ ਆਪਣੇ ਆਰਾਮ ਆਸਣ 'ਤੇ ਰਹਿਸ਼ੀ ਮਕਾਨ 'ਤੇ ਅੰਦਰ ਚਲੇ ਗਏ। ਇੱਧਰ ਭਾਈ ਦਇਆ ਸਿੰਘ ਜੀ ਨੇ ਸਤਿਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਫਿਰ ਗੁਰੂ ਕੀਆਂ ਸੰਗਤਾਂ ਨੂੰ ਕਰਮ ਦੀ ਬਾਬਤ ਜੋ ਵਿਸਥਾਰ ਪੂਰਵਕ ਦੱਸਿਆ, ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਬੜੇ ਸੂਖਮ ਤਰੀਕੇ ਦੇ ਨਾਲ ਇਹ ਸਭ ਕੁਝ ਸਰਵਣ ਕੀਤਾ ਹੈ ਕਿ 3 ਪ੍ਰਕਾਰ ਦੇ ਕਰਮ ਹੁੰਦੇ ਹਨ। ਕਿਰੇਮਾਨ ਕਰਮ ਹਨ, ਸੰਚਿਤ ਕਰਮ ਹਨ, ਔਰ ਇਸੇ ਤਰ੍ਹਾਂ ਪ੍ਰਾਲਬਧ ਕਰਮ ਹਨ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸਾਡੀ ਲੱਕ, ਸਾਡੀ ਕਿਸਮਤ ਜਾਂ ਸਾਡੀ ਪ੍ਰਾਲਬਧ। ਆਪਾਂ ਕਹਿੰਦੇ ਹਾਂ ਵੀ ਇਹ ਚੀਜ਼ ਤਾਂ ਸਾਡੀ ਪ੍ਰਾਲਬਧ ਵਿੱਚ ਲਿਖੀ ਹੈ, ਆਹ ਦੁੱਖ ਜਾਂ ਸੁੱਖ ਇਹ ਸਾਡੀ ਕਿਸਮਤ ਵਿੱਚ ਲਿਖਿਆ ਹੈ, ਇਹਨੂੰ ਭੋਗਣਾ ਹੀ ਪੈਣਾ ਹਰ ਹੀਲੇ, ਕਿਉਂਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਜਿਹੜੀ ਹੈ ਬੜੀ ਬਲਸ਼ਾਲੀ ਹੈ, ਭੋਗੇ ਤੋਂ ਬਿਨਾਂ ਕਰਮ ਕਦੇ ਨਾਸ਼ ਨਹੀਂ ਹੁੰਦਾ। ਜਿਵੇਂ ਹਜ਼ਾਰਾਂ ਗਊਆਂ ਖੜੀਆਂ ਹੋਣ ਅਤੇ ਜਿਸ ਗਊ ਦਾ ਵੱਛਾ ਹੋਵੇ ਨਾ, ਉਹ ਉਸੇ ਦਾ ਹੀ ਜਾ ਕੇ ਦੁੱਧ ਚੁੰਘਦਾ ਹੈ, ਉਸੇ ਦੇ ਥਣਾਂ ਨੂੰ ਜਾ ਕੇ ਪੈਂਦਾ ਹੈ। ਹਜ਼ਾਰਾਂ ਗਊਆਂ ਦੇ ਵਿੱਚੋਂ ਵੱਛਾ ਆਪਣੀ ਮਾਂ ਨੂੰ ਪਛਾਣ ਲੈਂਦਾ ਹੈ। ਇਸੇ ਪ੍ਰਕਾਰ ਜਿਹੜਾ ਕਿਸੇ ਜੀਵ ਦਾ ਕੀਤਾ ਹੋਇਆ ਕਰਮ ਹੈ ਨਾ, ਧਰਮ ਗ੍ਰੰਥ ਕਹਿੰਦੇ ਕਰੋੜਾਂ ਕਲਪਾਂ ਦਾ ਸਮਾਂ ਬਤੀਤ ਹੋ ਜਾਵੇ। ਜਿਵੇਂ ਆਪਾਂ ਸਮੇਂ ਦੀ ਗਿਣਤੀ ਕਰਦੇ ਹਾਂ, ਵਿਸਵੇ ਚਸਿਆਂ ਘੜੀਆਂ ਪਹਿਰਾਂ ਤੋਂ ਲੈ ਕੇ ਦਿਨ, ਹਫ਼ਤੇ, ਫਿਰ ਮਹੀਨੇ, ਫਿਰ ਸਾਲ, ਫਿਰ ਸਦੀਆਂ, ਸਦੀਆਂ ਤੋਂ ਬਾਅਦ ਯੁੱਗ, ਅਤੇ ਇਸੇ ਤਰ੍ਹਾਂ 4 ਯੁੱਗ ਜਦੋਂ ਇੱਦਾਂ ਲੰਘ ਜਾਂਦੇ ਆ, 1000 ਵਾਰੀ ਲੰਘ ਜਾਣਾ, ਉਦੋਂ ਇੱਕ ਕਲਪ ਦਾ ਸਮਾਂ ਬਤੀਤ ਹੁੰਦਾ, ਇੱਕ ਕਲਪ ਕਹਿੰਦੇ ਆ ਉਹਨੂੰ। ਅਤੇ ਧਰਮ ਗ੍ਰੰਥ ਕਹਿੰਦੇ ਇਹੋ ਜਿਹੇ ਕਰੋੜਾਂ ਕਲਪ ਬਤੀਤ ਹੋ ਜਾਣ, ਜੀਵ ਨੇ ਜਿਸ ਨੇ ਕਰਮ ਕੀਤਾ, ਕਹਿੰਦੇ ਕਰੋੜਾਂ ਕਲਪਾਂ ਤੋਂ ਬਾਅਦ ਵੀ ਉਹ ਜਿਹੜਾ ਕਰਮ ਹੈ ਉਸ ਜੀਵ ਨੂੰ ਆਪਣਾ ਫਲ ਭੁਗਤਾਉਣ ਦੇ ਲਈ ਉਹਦੇ ਅੱਗੇ ਆ ਜਾਂਦਾ ਹੈ।
ਸੋ ਕਰੋੜਾਂ ਕਲਪਾਂ ਦਾ ਸਮਾਂ ਬਤੀਤ ਜਾਣ ਤੋਂ ਬਾਅਦ ਵੀ ਜਿਹੜਾ ਕਰਮ ਹੈ ਇੰਨਾ ਸਮਰੱਥ ਹੈ ਕਿ ਉਹਦਾ ਫਲ ਭੁਗਤਾਉਣ ਦੇ ਲਈ ਉਹ ਜੀਵ ਦੇ ਅੱਗੇ ਆਉਂਦਾ ਹੈ। ਸੋ ਇਹ ਭਾਈ ਦਇਆ ਸਿੰਘ ਜੀ ਗੁਰੂ ਕੇ ਸਿੱਖਾਂ ਨੂੰ, ਖਾਲਸੇ ਨੂੰ ਕਰਮਾਂ ਦੀ ਬਾਬਤ ਦੱਸ ਰਹੇ ਆ, ਅਤੇ ਨਾਲ ਹੀ ਇਹ ਨਿਮਰਤਾ ਸਹਿਤ ਇਹ ਵੀ ਬੇਨਤੀ ਕੀਤੀ ਕਿ ਮੈਂ ਆਪਣੇ ਤੌਰ ਦੇ ਉੱਤੇ ਕੁਝ ਨਹੀਂ ਕਹਿ ਸਕਦਾ। ਬੇਸ਼ੁਮਾਰ ਅਥਾਹ ਅਗਣਤ ਅਤੁੱਲੈ, ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਵੇਂ ਸਤਿਗੁਰੂ ਜੀ ਬੁਲਾਉਂਦੇ ਆ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਤਾਂ ਸਤਿਗੁਰੂ ਸਾਹਿਬ ਜੀ ਆਪ ਵਡਿਆਈ ਦੇ ਗਏ ਆ, ਆਪ ਕਿਰਪਾ ਕਰ ਗਏ ਆ। ਉਹਨਾਂ ਦੇ ਹੁਕਮ ਨੂੰ ਮੰਨ ਕੇ ਮੈਂ ਤੁਹਾਨੂੰ ਦੱਸ ਸਕਦਾ ਜਿੰਨਾ ਕੁ ਮੇਰੀ ਬੁੱਧੀ ਹੈ, ਜਾਂ ਸਤਿਗੁਰੂ ਜੀ ਜਿੰਨੀ ਮੱਤ ਬਖਸ਼ਣਗੇ। ਪਰ ਸਰਬੱਗ ਤਾਂ ਸਤਿਗੁਰੂ ਜੀ ਹੈ, ਸਰਬ ਪ੍ਰਕਾਰ ਦਾ ਗਿਆਨ ਤਾਂ ਉਹਨਾਂ ਪਾਸ ਹੀ ਹੈ। ਮੈਂ ਤਾਂ ਅਲਪੱਗ ਹਾਂ, ਛੋਟੀ ਮੱਤ ਵਾਲਾ ਹਾਂ, ਸੀਮਤ ਬੁੱਧੀ ਵਾਲਾ ਹਾਂ। ਇਸ ਕਰਕੇ ਇਹ ਨਾ ਜਾਣਿਓ ਕਿ ਇਹ ਭਾਈ ਦਇਆ ਸਿੰਘ ਦੇ ਬਚਨ ਹੈ, ਇਹ ਤਾਂ ਸਤਿਗੁਰੂ ਸਾਹਿਬ ਜੀ ਆਪ ਕਹਾ ਰਹੇ ਆ ਨਾ, ਜਿਵੇਂ ਉਸੇ ਪ੍ਰਕਾਰ ਮੈਂ ਵਰਣਨ ਕਰ ਸਕਦਾ। ਸੋ ਇਸ ਪ੍ਰਕਾਰ ਭਾਈ ਦਇਆ ਸਿੰਘ ਜੀ ਨੇ ਦੱਸਿਆ ਕਿ ਜਿਵੇਂ ਨਟ ਹੁੰਦਾ ਹੈ, ਉਹ ਪੁਤਲੀਆਂ ਨੂੰ ਨਚਾਉਂਦਾ, ਉਹਨਾਂ ਦਾ ਨਾਚ ਕਰਵਾਉਂਦਾ ਹੈ। ਹੁੰਦੀ ਤਾਂ ਉਹਦੇ ਹੱਥ ਵਿੱਚ ਤਾਰ ਹੈ, ਅਤੇ ਦੇਖਣ ਵਾਲੇ ਨੂੰ ਲੱਗਦਾ ਕਿ ਪੁਤਲੀਆਂ ਆਪ ਨੱਚ ਰਹੀਆਂ। ਇਵੇਂ ਕਹਿੰਦੇ ਸਤਿਗੁਰੂ ਸਾਹਿਬ ਜੀ ਦੇ ਹੱਥ ਮੇਰੀ ਤਾਰ ਹੈ, ਅਤੇ ਉਹ ਜਿਵੇਂ ਜਿਵੇਂ ਹਿਲਾਉਣਗੇ ਉਸ ਪ੍ਰਕਾਰ ਮੈਂ ਦੱਸਾਂਗਾ। ਸੋ ਜਿਹੜੇ ਕਰਮ ਹਨ, ਭਾਈ ਦਇਆ ਸਿੰਘ ਜੀ ਕਰਮਾਂ ਦੀ ਗਾਥਾ ਦੱਸਦੇ ਹੋਏ ਕਹਿੰਦੇ ਇਹ ਕਰਮਾਂ ਦੇ ਨਾਲ ਜਿਹੜਾ ਫਲ ਪ੍ਰਾਪਤ ਹੁੰਦਾ ਹੈ, ਉਹਦੇ ਨਾਲ ਹੀ ਕਹਿੰਦੇ ਜੀਵ ਕੋਈ ਸਵਰਗਾਂ ਵਿੱਚ ਚਲਿਆ ਜਾਂਦਾ, ਕੋਈ ਨਰਕਾਂ ਵਿੱਚ ਚਲਿਆ ਜਾਂਦਾ। ਸੋ 3 ਪ੍ਰਕਾਰ ਦੇ ਕਰਮ ਹਨ, ਅਤੇ ਇਹ ਕਰਮਾਂ ਨੂੰ ਇਉਂ ਜਾਣੋ ਵੀ ਜਿਵੇਂ ਇੱਕ ਭੱਥਾ ਹੈ, ਇੱਕ ਤਰਕਸ਼ ਹੈ, ਉਹ ਭੱਥੇ ਦੇ ਵਿੱਚ ਤੀਰ ਪਾਏ ਹੁੰਦੇ ਆ ਨਾ, ਮੋਢੇ 'ਤੇ ਟੰਗੇ ਹੁੰਦੇ ਆ। ਇਸੇ ਤਰ੍ਹਾਂ ਕਹਿੰਦੇ ਇਹ 3 ਪ੍ਰਕਾਰ ਦੇ ਕਰਮ 3 ਪ੍ਰਕਾਰ ਦੇ ਤੀਰਾਂ ਵਾਂਗੂ ਸਾਡੇ ਅੰਤਸ਼ਕਰਨ ਰੂਪ ਭੱਥੇ ਦੇ ਵਿੱਚ ਪਾਏ ਹੋਏ ਹੈ। ਅੰਤਸ਼ਕਰਨ ਜੋ ਸਾਡਾ ਅੰਦਰਲਾ ਮਨ ਹੈ, ਉਹ ਸਿਰਫ ਇਕੱਲਾ ਮਨ ਨਹੀਂ, 4 ਚੀਜ਼ਾਂ ਨੂੰ ਮਿਲਾ ਕੇ ਇਹਨੂੰ ਜਿਹੜਾ ਸਾਡਾ ਅੰਤःਕਰਨ ਬਣਦਾ ਹੈ, ਇਹਨੂੰ ਧਰਮ ਗ੍ਰੰਥ ਕਹਿੰਦੇ ਆ ਚਤੁਸ਼ਟੇ ਅੰਤःਕਰਨ। ਚਤੁਸ਼ਟੇ 4 ਚੀਜ਼ਾਂ ਦਾ ਜੋ ਮਿਲਾਪ ਹੈ, ਉਹ ਕੀ ਹਨ? ਮਨ ਹੈ, ਬੁੱਧੀ ਹੈ, ਚਿੱਤ ਹੈ ਅਤੇ ਹੰਕਾਰ ਹੈ। ਜਦੋਂ ਸਾਡੇ ਮਨ ਵਿੱਚ ਫੁਰਨੇ ਫੁਰਦੇ ਆ ਸੰਕਲਪ ਅਤੇ ਵਿਕਲਪ, ਚੰਗੇ ਜਾਂ ਮਾੜੇ, ਉਹਨਾਂ ਸੰਕਲਪਾਂ ਵਿਕਲਪਾਂ ਦਾ ਜਿਹੜਾ ਸਮੂਹ ਹੈ ਉਹਨੂੰ ਖਾਲਸਾ ਜੀ ਮਨ ਕਿਹਾ ਜਾਂਦਾ ਹੈ। ਮਨ ਕੋਈ ਸਰੀਰ ਦਾ ਅੰਗ ਨਹੀਂ ਹੈ, ਸਰੀਰ ਦਾ ਅੰਗ ਨਹੀਂ, ਕਿਉਂਕਿ ਡਾਕਟਰ ਜਦੋਂ ਆਪਰੇਸ਼ਨ ਕਰਦੇ ਆ, ਸਰੀਰ ਦੀ ਚੀਰ ਫਾੜ ਕਰਦੇ ਆ, ਅਤੇ ਦੁਨੀਆ ਭਰ ਦੇ ਸਾਇੰਟਿਸਟ ਡਾਕਟਰ ਸਰੀਰ ਦੇ ਇਕੱਲੇ ਅੰਗ ਬਾਰੇ ਉਹਨਾਂ ਨੇ ਲਿਖ ਦਿੱਤਾ ਹੈ, ਉਹਦੀ ਥਿਊਰੀ ਲਿਖ ਦਿੱਤੀ ਹੈ, ਉਹਦਾ ਪ੍ਰੈਕਟੀਕਲ ਕਰ ਦਿੱਤਾ ਹੈ। ਅੱਜ ਕੱਲ੍ਹ ਤਾਂ ਬੜਾ ਪੋਸੀਬਲ ਆ, ਹਰ ਇੱਕ ਚੀਜ਼ ਸੰਭਵ ਹੈ। ਗੁਰਦੇ ਬਦਲ ਦਿੱਤੇ ਜਾਂਦੇ ਹੈ, ਕਿਡਨੀਆਂ ਬਦਲ ਦਿੱਤੀਆਂ ਜਾਂਦੀਆਂ। ਇਸੇ ਤਰ੍ਹਾਂ ਸਰੀਰ ਦੇ ਬਹੁਤ ਸਾਰੇ ਅੰਗ ਰੀਪਲੇਸਮੈਂਟ ਹੋ ਜਾਂਦੀ ਹੈ। ਦਿਲ ਨੂੰ ਖੋਲ੍ਹ ਕੇ ਉਹਦੇ ਵਿੱਚ ਸਟੈਂਟ ਪਾ ਦਿੱਤੇ ਜਾਂਦੇ ਹੈ। ਸੋ ਹਰ ਪ੍ਰਕਾਰ ਦੀ ਚੀਰ ਫਾੜ ਕਰਕੇ ਡਾਕਟਰਾਂ ਨੇ ਇਕੱਲੇ ਅੰਗ ਦੇ ਉੱਤੇ ਬਹੁਤ ਵੱਡੀਆਂ ਕਿਤਾਬਾਂ ਲਿਖ ਦਿੱਤੀਆਂ ਫਿਲਾਸਫਰਾਂ ਨੇ। ਸਾਇੰਸ ਦੀ ਜਿਹੜੇ ਬਾਇਓ ਦੀ ਫਿਲਾਸਫੀ ਲਿਖਦੇ ਹੈ, ਸੋ ਉਹਨਾਂ ਨੇ ਬਹੁਤ ਵੱਡੇ ਗ੍ਰੰਥ, ਬਹੁਤ ਵੱਡੇ ਕਿਤਾਬ ਪੁਸਤਕ ਉਹਨਾਂ ਨੇ ਲਿਖ ਦਿੱਤੇ ਹੈ। ਪਰ ਅੱਜ ਤੱਕ ਖਾਲਸਾ ਜੀ ਦੁਨੀਆ ਦਾ ਇੱਕ ਵੀ ਡਾਕਟਰ ਐਸਾ ਨਹੀਂ ਹੋਇਆ, ਕੋਈ ਸਾਇੰਟਿਸਟ ਐਸਾ ਨਹੀਂ ਹੋਇਆ ਜਿਹਨੇ ਸਾਡੇ ਸਾਹਮਣੇ ਕੱਢ ਕੇ ਰੱਖ ਦਿੱਤਾ ਹੋਵੇ ਕਿ ਆਹ ਸਰੀਰ ਦੇ ਵਿੱਚ ਮਨ ਵਸਦਾ ਹੈ। ਕਿਉਂਕਿ ਮਨ ਕੋਈ ਅੰਗ ਨਹੀਂ ਹੈ। ਜੋ ਸਾਡੇ ਦਿਲੋਂ ਦਿਮਾਗ ਦੇ ਵਿੱਚ ਸੰਕਲਪ ਅਤੇ ਵਿਕਲਪ, ਚੰਗੇ ਅਤੇ ਮਾੜੇ ਫੁਰਨੇ ਚੱਲਦੇ ਆ ਨਾ, ਉਹਨਾਂ ਦਾ ਸਮੂਹ, ਉਹਨਾਂ ਦਾ ਸਮੁਦਾਇ ਕਹੀਏ, ਉਹਨਾਂ ਦਾ ਇਕੱਠ ਕਹੀਏ, ਉਹਨੂੰ ਮਨ ਕਿਹਾ ਜਾਂਦਾ ਹੈ। ਅਤੇ ਜਿਹੜਾ ਤਰ੍ਹਾਂ ਦੀਆਂ ਫਿਰ ਜਦੋਂ ਚਿਤਵਦਾ ਪਦਾਰਥਾਂ ਦੀਆਂ, ਆਹ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਆਹ ਵੀ ਕਰ ਲਾਂ, ਉਹ ਵੀ ਕਰ ਲਾਂ, ਉਦੋਂ ਉਹਨੂੰ ਕਿਹਾ ਜਾਂਦਾ ਚਿੱਤ, ਜਿਹੜਾ ਚੇਤੇ ਰੱਖਦਾ ਚੀਜ਼ਾਂ ਨੂੰ, ਉਸ ਵੇਲੇ ਉਹਨੂੰ ਚਿੱਤ ਕਿਹਾ ਜਾਂਦਾ ਹੈ। ਅਤੇ ਫਿਰ ਪਦਾਰਥਾਂ ਦੇ ਜੋ ਚੰਗੇ ਮਾੜੇ ਹੋਣ ਦੀ ਜੋ ਬੁੱਧੀ ਹੈ ਸਾਡੀ, ਉਹ ਨਿਰਣਾ ਕਰਦੀ ਹੈ। ਸੋ ਉਹਨੂੰ ਬੁੱਧ ਕਿਹਾ ਜਾਂਦਾ ਹੈ ਵੀ ਆਹ ਚੰਗਾ, ਆਹ ਮਾੜਾ। ਚੰਗੇ ਮਾੜੇ ਦਾ ਜਿਹੜਾ ਵਿਚਾਰ ਹੈ ਉਹ ਹੁੰਦੀ ਆ ਬੁੱਧ। ਅਤੇ ਇਸੇ ਤਰ੍ਹਾਂ ਚੌਥਾ ਜਿਹੜਾ ਇਹਦਾ ਪਾਰਟ ਹੈ, ਚੌਥਾ ਅੰਗ ਹੈ, ਉਹ ਹੈ ਅਹੰਕਾਰ। ਜਿਹੜੇ ਅਸੀਂ ਕਰਮ ਕਰਦੇ ਹਾਂ ਹਉਮੈ ਹੰਗਤਾ ਦੇ ਸਹਿਤ, ਵੀ ਆਹ ਮੈਂ ਆ, ਆਹ ਮੇਰਾ, ਆਹ ਉਸ ਦਾ, ਆਹ ਮੈਂ ਮੇਰਾ ਜਿਹੜਾ
ਉਹਨੂੰ ਹੰਗਤਾ ਕਿਹਾ ਜਾਂਦਾ ਹੈ, ਅਹੰਕਾਰ ਕਿਹਾ ਜਾਂਦਾ ਹੈ। ਸੋ ਮਨ, ਬੁੱਧ, ਚਿੱਤ ਤੇ ਹੰਕਾਰ, ਇਹ ਚਾਰ ਚੀਜ਼ਾਂ ਨੂੰ ਮਿਲਾ ਕੇ ਸਾਡਾ ਅੰਤਸ਼ਕਰਨ ਬਣਦਾ ਹੈ। ਇਹ ਅੰਤਸ਼ਕਰਨ ਰੂਪੀ ਇੱਕ ਭੱਥਾ ਹੈ। ਇਹਦੇ ਵਿੱਚ ਜਿਵੇਂ ਭੱਥੇ ਵਿੱਚ ਤੀਰ ਰੱਖੇ ਹੋਣ ਤਿੰਨ ਤਰ੍ਹਾਂ ਦੇ, ਉਹ ਕੋਈ ਚੌੜੀ ਮੁਖੀ ਵਾਲਾ ਹੋਵੇ, ਕੋਈ ਲੰਬੇ ਨਕੀਲਾ ਹੋਵੇ ਜ਼ਿਆਦਾ, ਕੋਈ ਕਿਸੇ ਤਰ੍ਹਾਂ ਦਾ, ਅਲੱਗ-ਅਲੱਗ ਕਿਸਮ ਦੇ ਤਿੰਨ ਤੀਰ ਹੋਣ। ਇਸੇ ਤਰ੍ਹਾਂ ਕਹਿੰਦੇ ਇਹ ਜਿਹੜੇ ਕਰਮ ਰੂਪੀ ਤੀਰ ਸਾਡੇ ਅੰਤਸ਼ਕਰਨ ਰੂਪੀ ਭੱਥੇ ਦੇ ਵਿੱਚ ਰੱਖੇ ਹੋਏ ਹੈ, ਜਿਹਨੂੰ ਕਿਹਾ ਜਾਂਦਾ ਹੈ ਕਿਰੇਮਾਨ ਕਰਮ, ਸੰਚਿਤ ਕਰਮ ਤੇ ਪ੍ਰਾਰਬਧ ਜਾਂ ਪ੍ਰਾਲਬਧ ਕਰਮ। ਇੱਥੋਂ ਤੱਕ ਭਾਈ ਦਇਆ ਸਿੰਘ ਜੀ ਨੇ ਦੱਸਿਆ। ਅੱਗੇ ਜਿਵੇਂ ਪ੍ਰਸੰਗ ਹੋਰ ਖੋਲ੍ਹ ਕੇ ਵਿਸਥਾਰ ਸਹਿਤ ਆ ਰਿਹਾ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਚੇਤਨ ਆਤਮ ਛਾਇਆ ਜੋਏ। ਹਾਂ, ਜੋ ਸਾਡਾ ਚੇਤਨ ਰੂਪ ਆਤਮਾ ਹੈ, ਜੋ ਸਾਡਾ ਆਤਮਾ ਹੈ, ਪਰਮਾਤਮਾ ਦੀ ਅੰਸ਼ ਆਪਾਂ ਲੈ ਕੇ ਆਏ ਹਾਂ, ਜਿਹੜਾ ਜੀਵ ਹੈ ਸਾਡੇ ਅੰਦਰਲਾ। ਸੋ ਕਹਿੰਦੇ ਉਸ ਜਦੋਂ ਚੇਤਨ ਆਤਮਾ ਦੀ ਛਾਇਆ ਪੈਂਦੀ ਹੈ, ਪਰਛਾਵਾਂ ਪੈਂਦਾ ਹੈ, ਉਸ ਵੇਲੇ ਉਹਦਾ ਜਿਹੜਾ ਪ੍ਰਤੀਬਿੰਬ ਹੈ ਉਹ ਅੰਤਸ਼ਕਰਨ ਦੇ ਵਿੱਚ ਪੈਂਦਾ। ਸਾਡੇ ਅੰਤਸ਼ਕਰਨ ਦੇ ਵਿੱਚ ਮਨ ਕਹਿ ਲਓ, ਉਹਨੂੰ ਹੈ ਤਾਂ ਚਾਰ ਚੀਜ਼ਾਂ ਦਾ ਸਮੁਦਾਇ, ਚਲੋ ਸਿੱਧੇ ਲਫ਼ਜ਼ਾਂ ਵਿੱਚ ਮਨ ਕਹਿ ਲਓ। ਸਾਡੇ ਅੰਤਸ਼ਕਰਨ ਵਿੱਚ ਜਾਂ ਸਾਡੇ ਮਨ ਦੇ ਵਿੱਚ ਜਦੋਂ ਚੇਤਨ ਆਤਮਾ ਦਾ ਪ੍ਰਕਾਸ਼ ਪੈਂਦਾ, ਛਾਇਆ ਪੈਂਦਾ, ਪਰਛਾਵਾਂ ਪੈਂਦਾ, ਉਹ ਪ੍ਰਤੀਬਿੰਬਤ ਹੁੰਦਾ ਹੈ, ਉਹਦੇ ਵਿੱਚ ਆਭਾਸ ਪੈਂਦਾ ਹੈ। ਤੇ ਫਿਰ ਇਹ ਚੇਤਨ ਦਾ ਜਿਹੜਾ ਪਰਛਾਵਾਂ, ਚੇਤਨ ਦਾ ਜਿਹੜਾ ਪ੍ਰਤੀਬਿੰਬ, ਚੇਤਨ ਦਾ ਅਕਸ਼ ਜਦੋਂ ਅੰਤਸ਼ਕਰਨ ਦੇ ਵਿੱਚ ਪਿਆ, ਤੇ ਅੰਤਸ਼ਕਰਨ ਜਿਹੜਾ ਇਹਦੇ ਨਾਲ ਸਾਥ ਹੁੰਦਾ ਅਗਿਆਨਤਾ ਦਾ, ਅਗਿਆਨ ਦੀ ਅੰਸ਼ ਦੇ ਸਹਿਤ ਜਦੋਂ ਇਹ ਹੁੰਦਾ ਹੈ, ਕਹਿੰਦੇ ਫਿਰ ਇਸ ਅੰਤਸ਼ਕਰਨ ਦੇ ਵਿੱਚ ਜਿਹੜੇ ਇਹ ਬੀਜ, ਕਰਮ ਬੀਜ ਹੈ, ਇਹਨਾਂ ਦਾ ਸਮੁਦਾਇ, ਤਿੰਨੇ ਪ੍ਰਕਾਰ ਦੇ ਕਰਮ ਜਿਹੜੇ ਹੈ ਉਹਨਾਂ ਦਾ ਰਹਿਣ ਵਸੇਬਾ ਹੁੰਦਾ ਹੈ। ਹਾਂ, ਪਰ ਜਿਹੜੇ ਅਗਿਆਨ ਤੋਂ ਬਗੈਰ ਨਹੀਂ ਕਰਮਾਂ ਨੂੰ ਅੰਤਸ਼ਕਰਨ ਸਾਡਾ ਰੱਖ ਸਕਦਾ। ਜੇ ਇਕੱਲਾ ਮਨ ਕਹੇ, ਉਹ ਇਕੱਲਾ ਨਹੀਂ ਰੱਖ ਸਕਦਾ, ਇਹਦੇ ਵਿੱਚ ਅਗਿਆਨ ਹੋਣਾ ਜ਼ਰੂਰੀ ਹੈ, ਫਿਰ ਇਹਦੇ ਵਿੱਚ ਕਰਮ ਟਿਕਦੇ ਆ। ਤਿਸਮੈ ਕਰਮ ਬੀਜ ਗਨ ਰਹਿਤ, ਫਿਰ ਕਰਮਾਂ ਦੇ ਬੀਜ ਸਾਰੇ ਇਹਦੇ ਵਿੱਚ ਰਹਿੰਦੇ ਹੈ। ਅੰਤःਕਰਨ ਆਪ ਜੜ ਹੈ। ਫਿਰ ਦੱਸਦੇ ਹੈ, ਕਹਿੰਦੇ ਜਿਹੜਾ ਅੰਤਸ਼ਕਰਨ ਹੈ ਨਾ, ਇਹ ਹਿਲ ਜੁਲ ਨਹੀਂ ਸਕਦਾ, ਇਹ ਜੜ ਹੈ। ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਇੱਕ ਹੁੰਦੇ ਆ ਜੜ, ਇੱਕ ਹੁੰਦੇ ਆ ਚੇਤਨ। ਕਹਿੰਦੇ ਜਿਹੜਾ ਅੰਤਸ਼ਕਰਨ ਹੈ, ਸਾਡਾ ਮਨ ਹੈ, ਸਾਡਾ ਅੰਦਰਲਾ ਹੈ, ਇਹ ਤਾਂ ਕਹਿੰਦੇ ਆਪ ਜੜ ਹੈ, ਬਿਲਕੁਲ ਹਿਲ ਜੁਲ ਨਹੀਂ ਸਕਦਾ। ਹਾਂ, ਇਹ ਕਹਿੰਦੇ ਚਲਾਏਮਨ ਕਦੋਂ ਹੁੰਦਾ ਹੈ, ਸਫੁਰਨ ਕਦੋਂ ਹੁੰਦਾ ਹੈ, ਜਿਸ ਵੇਲੇ ਕਹਿੰਦੇ ਇਹਦੇ ਵਿੱਚ ਆਤਮਾ ਦਾ ਜਿਹੜਾ ਪ੍ਰਕਾਸ਼, ਚੇਤਨ ਆਤਮਾ ਦਾ ਇਹਦੇ ਵਿੱਚ ਪ੍ਰਕਾਸ਼ ਪੈਂਦਾ, ਆਭਾਸ ਪੈਂਦਾ ਹੈ, ਉਸ ਵੇਲੇ ਕਹਿੰਦੇ ਇਹ ਚੇਤਨ ਹੁੰਦਾ ਹੈ। ਤੇ ਜਦੋਂ ਤੱਕ ਕਹਿੰਦੇ ਇਹਦੇ ਵਿੱਚ ਉਹ ਚੇਤਨ ਆਤਮਾ ਦਾ ਸੱਤਾ ਨਹੀਂ ਆਉਂਦੀ, ਆਭਾਸ ਨਹੀਂ ਆਉਂਦਾ, ਉਸ ਵੇਲੇ ਤੱਕ ਇਹ ਜੜ ਹੀ ਰਹਿੰਦਾ ਹੈ। ਤੇ ਜਿੰਨੀ ਦੇਰ ਤੱਕ ਇਹ ਜੜ ਹੈ, ਆਤਮ ਚੇਤਨ ਦਾ ਇਹਦੇ ਵਿੱਚ ਪ੍ਰਕਾਸ਼ ਨਹੀਂ, ਉਨੀ ਦੇਰ ਤੱਕ ਇਹ ਸਮਰੱਥ ਨਹੀਂ ਹੈ, ਇਹ ਯੋਗ ਨਹੀਂ ਹੈ, ਇਹਦੇ ਵਿੱਚ ਸ਼ਕਤੀ ਨਹੀਂ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਇਹ ਕਰਮਾਂ ਨੂੰ ਧਾਰਨ ਕਰ ਸਕੇ, ਕਰਮਾਂ ਨੂੰ ਆਪਣੇ ਵਿੱਚ ਰੱਖ ਸਕੇ। ਹਾਂ, ਜਦੋਂ ਆਤਮ ਚੇਤਨ ਦਾ ਪ੍ਰਕਾਸ਼, ਆਤਮ ਚੇਤਨ ਦਾ ਪ੍ਰਤੀਬਿੰਬ, ਆਭਾਸ ਇਹਦੇ ਵਿੱਚ ਪੈਂਦਾ ਹੈ, ਉਹਦੀ ਇਹ ਸੱਤਾ ਨੂੰ ਲੈਂਦਾ ਹੈ, ਉਸ ਵੇਲੇ ਕਹਿੰਦੇ ਇਹ ਸਮਰੱਥ ਹੁੰਦਾ ਹੈ। ਹੁਣ ਇੱਥੇ ਆ ਕੇ ਭਾਈ ਸਾਹਿਬ ਜੀ ਨੇ ਹੋਰ ਸਪਸ਼ਟ ਕਰ ਦਿੱਤਾ, ਕਹਿੰਦੇ ਅੰਤःਕਰਨ ਇਹ ਮਨ ਜੋਏ। ਕਹਿੰਦੇ ਜਿਹੜਾ ਮਨ ਹੈ ਨਾ, ਉਹੀ ਅੰਤਸ਼ਕਰਨ ਹੈ, ਜਿਹੜਾ ਆਪਾਂ ਪਹਿਲਾਂ ਵਿਚਾਰਿਆ ਨਾ ਵੀ ਚਾਰ ਭਾਗ ਹੈ। ਕਹਿੰਦੇ ਅੰਤਸ਼ਕਰਨ ਨੂੰ ਹੀ ਮਨ ਕਿਹਾ ਜਾਂਦਾ ਹੈ। ਮਨ, ਬੁੱਧ, ਚਿੱਤ ਤੇ ਹੰਕਾਰ, ਚਾਰਾਂ ਦਾ ਸਮੁਦਾਇ ਜੋ ਹੈ, उसी को मन अंतःकरण कहते हैं। सो अंतःकरण है ਜਿਹੜਾ अंतःकरण अह मन जोए,
ਕਹਿੰਦੇ ਜਿਹੜਾ ਮਨ ਹੈ ਇਹੋ ਹੀ ਅੰਤःਕਰਣ ਹੈ। ਜਪ ਅਗਿਆਨ ਸਮੇਤਾ ਹੋਏ। ਜਦੋਂ ਕਹਿੰਦੇ ਸਾਡਾ ਮਨ ਜਾਂ ਅੰਤःਕਰਣ ਹੈ ਅਗਿਆਨਤਾ ਦੇ ਸਮੇਤ ਸੰਧੀ ਕਰ ਲੈਂਦਾ, ਅਗਿਆਨਤਾ ਇਹਦੇ ਨਾਲ ਆ ਜੁੜਦੀ ਹੈ, ਤਬ ਸਮਰੱਥ ਕਰਮ ਕਰ ਸਾਰੇ। ਉਸ ਵੇਲੇ ਕਹਿੰਦੇ ਕਰਮਾਂ ਦੇ ਧਾਰਨ ਨੂੰ ਇਹ ਸਮਰੱਥ ਹੁੰਦਾ, ਇਹ ਏਬਲ ਹੁੰਦਾ ਹੈ, ਇਹਦੇ ਵਿੱਚ ਐਬਿਲਿਟੀ ਆਉਂਦੀ ਹੈ, ਇਹਦੇ ਵਿੱਚ ਯੋਗਤਾ ਆਉਂਦੀ ਹੈ, ਇਹਦੇ ਵਿੱਚ ਸ਼ਕਤੀ ਆਉਂਦੀ ਹੈ ਕਿ ਕਰਮਾਂ ਨੂੰ ਧਾਰਨ ਕਰ ਸਕੇ। ਬਿਨ ਅਗਿਆਨ ਕਰਮ ਨਹਿ ਧਾਰੇ। ਪਰ ਜਦੋਂ ਤੱਕ ਅਗਿਆਨ ਦਾ ਸਾਥ ਨਹੀਂ ਹੁੰਦਾ ਸਾਡੇ ਮਨ ਨੂੰ, ਉਦੋਂ ਤੱਕ ਕਰਮਾਂ ਨੂੰ ਨਹੀਂ ਧਾਰ ਸਕਦਾ। ਦੋਹਰਾ ਅੰਤఃਕਰਣ ਅਗਿਆਨ ਦੁਆਰਾ ਚੇਤਨ ਆਤਮ ਜੀਨਾ। ਹਾਂ, ਕਹਿੰਦੇ ਪਹਿਲਾ ਹੈ ਅੰਤःਕਰਣ, ਦੂਸਰਾ ਹੈ ਅਗਿਆਨ, ਤੇ ਇਸੇ ਤਰ੍ਹਾਂ ਤੀਜਾ ਕਹਿੰਦੇ ਜਿਹੜਾ ਚੇਤਨ ਆਤਮਾ ਹੈ। ਕਹਿੰਦੇ ਜਦੋਂ ਇਹ ਤਿੰਨੇ ਇਕੱਤਰ ਹੁੰਦੇ ਆ, ਆਤਮ ਚੇਤਨਾ ਦਾ ਆਭਾਸ, ਅੰਤਸ਼ਕਰਨ ਤੇ ਅਗਿਆਨ, ਤਿੰਨਾਂ ਦਾ ਜਦੋਂ ਸਮੁਦਾਇ ਹੁੰਦਾ ਨਾ, ਤਿੰਨਾਂ ਦੀ ਇਕੱਤਰਤਾ ਹੁੰਦੀ ਹੈ, ਉਸ ਵੇਲੇ ਕਹਿੰਦੇ ਕਰਮਾਂ ਨੂੰ ਧਾਰਨ ਕਰਦੇ ਆ, ਕਰਮਾਂ ਨੂੰ ਆਪਣੇ ਵਿੱਚ ਰੱਖਦਾ ਹੈ। ਅੰਤਸ਼ਕਰਨ ਧਰੈ ਨਾ ਹੋਇ ਇੱਕ ਹੀਨ। ਜੇ ਇੱਕ ਤੋਂ ਵੀ ਹੀਣਾ ਹੋਵੇ, ਇੱਕ ਵੀ ਪਾਸੇ ਹੋ ਜੇ ਨਾ ਇਹਨਾਂ ਤਿੰਨਾਂ ਦੇ ਵਿੱਚੋਂ, ਫਿਰ ਕਰਮ ਨੂੰ ਧਾਰਨ ਦੇ ਲਈ ਸਮਰੱਥ ਨਹੀਂ ਹੁੰਦਾ। ਇਸ ਤੋਂ ਕਹੋ ਸਹਿਜ ਦ੍ਰਿਸ਼ਟਾਂਤ। ਹੁਣ ਭਾਈ ਸਾਹਿਬ ਜੀ ਥੋੜ੍ਹਾ ਜਿਹਾ ਹੋਰ ਗਹਿਰਾਈ ਦੇ ਵਿੱਚ ਜਾਣਗੇ ਤੇ ਆਪਾਂ ਵੀ ਆਪਣੀਆਂ ਸੁਰਤੀਆਂ ਨੂੰ ਥੋੜ੍ਹਾ ਜਿਹਾ ਹੋਰ ਡੂੰਘਾ ਕਰੀਏ ਪੂਰਨ ਇਕਾਗਰਤਾ ਦੇ ਨਾਲ। ਕਹਿੰਦੇ ਇਹਦੇ ਵਾਸਤੇ ਕਹਿੰਦੇ ਇਸ ਦੇ ਉੱਤੇ ਵੀ ਉਹ ਕਰਮਾਂ ਨੂੰ ਕਿਵੇਂ ਨਹੀਂ ਧਾਰਨ ਦੇ ਸਮਰੱਥ ਹੁੰਦੇ, ਕਹਿੰਦੇ ਅਸੀਂ ਇੱਕ ਦ੍ਰਿਸ਼ਟਾਂਤ ਕਹਿੰਦੇ ਆ। ਭਾਈ ਦਇਆ ਸਿੰਘ ਜੀ ਦੱਸ ਰਹੇ ਆ, ਕਹਿੰਦੇ ਇੱਕ ਦ੍ਰਿਸ਼ਟਾਂਤ, ਇੱਕ ਉਦਾਹਰਣ, ਇੱਕ ਪ੍ਰਮਾਣ, ਇੱਕ ਐਗਜ਼ਾਮਪਲ, ਇਹਨੂੰ ਇਲਸਟ੍ਰੇਟ ਕਰਕੇ ਦੱਸਦੇ ਹਨ। ਹੇ ਖਾਲਸਾ ਜੀ ਸੁਣੋ, ਜਿਸ ਭਾਂਤੀ ਜਿਸ ਪ੍ਰਕਾਰ ਇਹ ਹੁੰਦਾ ਹੈ। ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹ ਜਾਣੋ ਕਿ ਸਤੋ ਗੁਣੀ ਰੂਪੀ ਮਿਰਤਕਾ ਹੈ, ਮਿੱਟੀ ਹੈ। ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ ਜਿਹੜਾ ਸਤੋ ਗੁਣ ਰੂਪ ਹੈ, ਕਹਿੰਦੇ ਇਹ ਸਤੋ ਗੁਣ ਰੂਪੀ ਮਿੱਟੀ ਹੈ। ਇਸੇ ਪ੍ਰਕਾਰ ਕਹਿੰਦੇ ਜਿਹੜਾ ਸਤੋ ਗੁਣ ਜਾਂ ਆਤਮ ਚੇਤਨ ਦਾ ਜਿਹੜਾ ਆਭਾਸ ਹੈ ਉਹ ਮਿੱਟੀ ਹੈ, ਤੇ ਅੰਤਸ਼ਕਰਨ ਜਿਹੜਾ ਉਹ ਮਿੱਟੀ ਤੋਂ ਬਣਿਆ ਹੋਇਆ ਇੱਕ ਗੋਲਾ ਕਹਿ ਲਓ, ਗੁਲੇਲਾ ਕਹਿ ਲਓ, ਜਾਂ ਮਿੱਟੀ ਦਾ ਵੱਡਾ ਸਾਰਾ ਢੇਲਾ। ਕਹਿੰਦੇ ਇਹ ਪਿੰਡ ਹੈ, ਇੱਕ ਢੇਲਾ ਹੈ ਮਿੱਟੀ ਦਾ। ਤੇ ਆਤਮਾ ਦਾ ਜਿਹੜਾ ਚੇਤਨ ਸਰੂਪ ਹੈ ਉਹਦਾ ਆਭਾਸ ਹੈ, ਇਹ ਕਹਿੰਦੇ ਆਕਾਸ਼ ਦੀ ਤਰ੍ਹਾਂ ਹੈ। ਆਕਾਸ਼ ਅਵਕਾਸ਼ ਸ਼ਬਦ ਤੋਂ ਬਣਿਆ। ਅਵਕਾਸ਼ ਤੋਂ ਭਾਵ ਜਾਂ ਆਕਾਸ਼ ਤੋਂ ਭਾਵ ਹੈ ਖਾਲੀ, ਖਾਲੀ ਜਗ੍ਹਾ ਨੂੰ ਆਕਾਸ਼ ਕਿਹਾ ਜਾਂਦਾ ਹੈ, ਕਿਉਂਕਿ ਉੱਪਰ ਆਪਾਂ ਪਲਾਟ ਦੇ ਵਿੱਚ ਕਹਿੰਦੇ ਆ ਨਾ ਆਕਾਸ਼ ਹੈ, ਤੇ ਇਟ ਮੀਨਸ ਇਹਦਾ ਮਤਲਬ ਇਹ ਹੈ ਵੀ ਉੱਥੇ ਖਾਲੀ ਜਗ੍ਹਾ ਕੁਝ ਵੀ ਨਹੀਂ ਹੈ। ਖਾਲੀ ਖਲਾ ਜਿਹੜਾ ਉਹਨੂੰ ਆਕਾਸ਼ ਜਾਂ ਅਵਕਾਸ਼ ਕਿਹਾ ਜਾਂਦਾ ਹੈ। ਤੇ ਕਹਿੰਦੇ ਇਸੇ ਤਰ੍ਹਾਂ ਆਤਮ ਚੇਤਨ ਰੂਪੀ ਆਕਾਸ਼ ਹੈ। ਇਸੇ ਤਰ੍ਹਾਂ ਕਹਿੰਦੇ ਫਿਰ ਇਹ ਕਹਿੰਦੇ ਮਿੱਟੀ ਦਾ ਢੇਲਾ ਵੱਟਣਾ, ਇਕੱਲੀ ਮਿੱਟੀ ਨੂੰ ਇਕੱਠਾ ਕਰਕੇ ਤਾਂ ਗੋਲਾ ਨਹੀਂ ਬਣਦਾ ਨਾ, ਇਹਨੂੰ ਪਾਣੀ ਦੇ ਵਿੱਚ ਗੁੰਨਣਾ ਪਵੇਗਾ, ਪਾਣੀ ਦੇ ਨਾਲ ਮਿਲਾਉਣਾ ਪਵੇਗਾ। ਤੇ ਇਸੇ ਪ੍ਰਕਾਰ ਕਹਿੰਦੇ ਇਹ ਜਿਹੜਾ ਅਗਿਆਨ ਰੂਪੀ ਜਲ ਹੈ ਸਾਰਾ, ਜਿੰਨਾ ਅਗਿਆਨ ਹੈ, ਕਿਉਂਕਿ ਚਾਰ ਚੀਜ਼ਾਂ ਨੂੰ ਮਿਲ ਕੇ ਅੰਤਸ਼ਕਰਨ ਬਣਿਆ। ਆਪਾਂ ਪਹਿਲਾਂ ਵਿਚਾਰਿਆ ਮਨ, ਬੁੱਧ, ਚਿੱਤ ਤੇ ਹੰਕਾਰ। ਤੇ ਜਿਹੜਾ ਹੈਗਾ ਇਹਦੇ ਵਿੱਚ ਅਗਿਆਨਤਾ ਹੈ। ਤਿੰਨ ਚੀਜ਼ਾਂ ਦੱਸੀਆਂ ਸਨ ਵੀ ਜਦੋਂ ਇਹ ਤਿੰਨ ਚੀਜ਼ਾਂ ਇਕੱਤਰ ਹੁੰਦੀਆਂ ਉਦੋਂ ਕਰਮਾਂ ਨੂੰ ਧਾਰਨ ਦੇ ਸਮਰੱਥ ਹੁੰਦਾ ਅੰਤਸ਼ਕਰਨ। ਤੇ ਕਹਿੰਦੇ ਜਿਹੜਾ ਅਗਿਆਨ ਰੂਪੀ ਜਲ ਹੈ ਸਾਰਾ, ਹਾਂ ਕਹਿੰਦੇ ਮਿੱਟੀ ਤੇ ਜਲ ਜਦੋਂ ਮਿਲਦੇ ਹੈ ਤੇ ਉਦੋਂ ਕਹਿੰਦੇ ਉਹ ਜਿਹੜਾ ਪਿੰਡ ਬਣਦਾ ਹੈ, ਇੱਕ ਢੇਲਾ ਬਣਦਾ ਹੈ, ਇੱਕ ਵੱਡਾ ਸਾਰਾ ਮਿੱਟੀ ਦਾ ਗੋਲਾ ਬਣਦਾ ਹੈ। ਫਿਰ ਕਹਿੰਦੇ ਉਸ ਮਿੱਟੀ ਦੇ ਢੇਲੇ ਤੋਂ ਜਿਹੜਾ ਮਿੱਟੀ ਅਤੇ ਪਾਣੀ ਮਿਲ ਕੇ ਗੋਲਾ ਬਣਿਆ, ਉਸ ਤੋਂ ਬਾਅਦ ਕਹਿੰਦੇ ਘਾਟ ਰੂਪ ਉਹ ਘੜਾ ਬਣਦਾ। ਘੁਮਿਆਰ ਵੀਰ ਉਹ ਮਿੱਟੀ ਨੂੰ ਪਹਿਲਾਂ ਸਾਫ਼ ਕਰਦੇ ਹੈ, ਫਿਰ ਉਹਦੇ ਵਿੱਚ ਜਲ ਪਾਣੀ ਪਾਉਂਦੇ ਹੈ, ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਗੁੰਨਦੇ ਹੈ, ਤੇ ਫਿਰ ਹੀ ਉਹ ਬਣਾ ਕੇ ਉਹਦਾ ਗੋਲਾ ਜਾਂ ਆਪਣੇ ਚੱਕ ਦੇ ਉੱਤੇ ਚੜਾਉਂਦੇ ਆ। ਕੋਹਲੂ, ਚਰਖਾ, ਚੱਕੀ, ਚੱਕ ਆਸਾ ਦੀ ਵਾਰ ਵਿੱਚ ਵੀ ਆਇਆ।
ਸੋ ਕੁੰਭਾਰ ਹੈ ਇੱਕ ਜੋ ਮਾਟੀ ਗੁੰਦੀ, ਇਹ ਵੀ ਗੁਰਬਾਣੀ ਵਿੱਚ ਆਉਂਦਾ ਹੈ। ਸੋ ਉਹ ਮਿੱਟੀ ਨੂੰ ਗੁੰਨ ਕੇ ਉਹਦਾ ਵੱਡਾ ਸਾਰਾ ਢੇਲਾ ਜਿਹਾ ਬਣਾ ਕੇ, ਗੋਲਾ ਜਿਹਾ ਬਣਾ ਕੇ ਆਪਣੇ ਚੱਕ ਦੇ ਉੱਤੇ ਰੱਖ ਲੈਂਦਾ ਅਤੇ ਉਹਨੂੰ ਡੰਡਾ ਜਿਹਾ ਪਾ ਕੇ ਘੁਮਾਉਂਦੇ ਆ ਬਹੁਤ ਜ਼ੋਰ ਦੇ ਨਾਲ, ਚੱਕਰ ਬਣਾਉਂਦੇ ਆ ਉਹਦੇ ਪੂਰੇ। ਅਤੇ ਫਿਰ ਉਹਦੇ ਵਿੱਚ ਇੱਦਾਂ ਹੱਥ ਜੇ ਕਰਕੇ ਉਹਨੂੰ ਸ਼ੇਪ ਦੇ ਦਿੰਦੇ ਆ, ਜਿਸ ਤਰ੍ਹਾਂ ਦਾ ਉਹਨਾਂ ਨੇ ਕੋਈ ਘੜਾ ਬਣਾਉਣਾ ਹੈ, ਜਿਸ ਤਰ੍ਹਾਂ ਦੀ ਵੀ ਚੀਜ਼ ਬਣਾਉਣੀ ਹੈ। ਅਤੇ ਕਹਿੰਦੇ ਜਦੋਂ ਇਹ ਤਿੰਨ ਚੀਜ਼ਾਂ ਮਿਲ ਜਾਂਦੀਆਂ, ਪਾਣੀ ਮਿਲ ਗਿਆ, ਮਿੱਟੀ ਮਿਲ ਗਿਆ, ਦੋਵਾਂ ਨੂੰ ਮਿਲ ਕੇ ਮਿੱਟੀ ਦਾ ਢੇਲਾ ਬਣ ਗਿਆ, ਅਤੇ ਕਹਿੰਦੇ ਫਿਰ ਉਹ ਜਿਹੜਾ ਘੜਾ ਰੂਪ ਬਣ ਜਾਂਦਾ, ਸਰਬੰਗ ਸਾਰੇ ਅੰਗਾਂ ਦੇ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਘੜਾ ਰੂਪ ਹੋ ਜਾਂਦਾ ਹੈ। ਅਤੇ ਫਿਰ ਜਦੋਂ ਉਹਨੂੰ ਇੱਦਾਂ ਕਰਕੇ ਉਹ ਘੁਮਾਉਂਦਾ ਜਾਂਦਾ, ਇੱਦਾਂ ਹੱਥ ਰੱਖ ਕੇ, ਅਤੇ ਉਹ ਘੁੰਮਦਾ ਜਾਂਦਾ, ਵਿੱਚੋਂ ਖਾਲੀ ਜਗ੍ਹਾ ਬਣਦੀ ਜਾਂਦੀ ਹੈ, ਫਿਰ ਹੀ ਘੜਾ ਬਣਦਾ ਨਾ। ਸਿੱਧਾ ਮਿੱਟੀ ਦਾ ਢੇਲਾ, ਉਹਦੇ ਵਿੱਚ ਤਾਂ ਕੁਝ ਪਾ ਨਹੀਂ ਸਕਦੇ ਆਪਾਂ। ਇਸ ਕਰਕੇ ਉਹਦੇ ਅੰਦਰ ਜਿਹੜਾ ਖਾਲੀ ਜਗ੍ਹਾ ਰਹਿ ਗਈ ਉਹਨੂੰ ਕਿਹਾ ਜਾਂਦਾ ਆਕਾਸ਼। ਅੰਤਰ ਲਏ ਗਗਨ ਕੋ ਹੋਏ, ਗਗਨ ਨਾਮ ਵੀ ਆਕਾਸ਼ ਦਾ ਹੈ। ਅੰਦਰਲੇ ਪਾਸੇ ਕਹਿੰਦੇ ਫਿਰ ਉਹ ਆਕਾਸ਼ ਨੂੰ ਸਮਾ ਲੈਂਦਾ, ਖਾਲੀ ਜਗ੍ਹਾ ਹੋ ਜਾਂਦੀ ਹੈ, ਉਹਦੇ ਆਕਾਸ਼ ਬਣ ਜਾਂਦਾ ਹੈ ਜਦੋਂ ਘੜਾ ਤਿਆਰ ਹੋ ਜਾਂਦਾ ਹੈ। ਸੋ ਖਾਲੀ ਜਗ੍ਹਾ ਸਾਡੇ ਸਰੀਰ ਦੇ ਵਿੱਚ ਵੀ ਜਿੱਥੇ ਜਿੱਥੇ ਖਾਲੀ ਜਗ੍ਹਾ ਹੁੰਦੀ ਹੈ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਸਾਡੀਆਂ ਹੱਡੀਆਂ ਦੇ ਵਿੱਚ ਜਾਂ ਹੋਰ ਜਿੱਥੇ ਜਿੱਥੇ ਖਾਲੀ ਜਗ੍ਹਾ ਸਰੀਰ ਵਿੱਚ, ਕਿਉਂਕਿ ਪੰਜ ਤੱਤਾਂ ਦਾ ਸਰੀਰ ਹੈ, ਉਹ ਜਿਹੜੀ ਖਾਲੀ ਜਗ੍ਹਾ ਉਹਨੂੰ ਆਕਾਸ਼ ਤੱਤ ਕਿਹਾ ਜਾਂਦਾ ਹੈ। ਆਕਾਸ਼ ਤੱਤ ਖਾਲੀ ਜਗ੍ਹਾ, ਅਵਕਾਸ਼ ਤੋਂ ਆਕਾਸ਼ ਬਣਿਆ। ਹਿੰਦੀ ਵਿੱਚ ਇਹ ਅਵਕਾਸ਼ ਕਹਿੰਦੇ ਹੈ। ਜਦੋਂ ਆਪਾਂ ਹਿੰਦੀ ਦੇ ਵਿੱਚ ਆਪਾਂ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੀ, ਉਦੋਂ ਆਪਾਂ ਪ੍ਰਾਰਥਨਾ ਪੱਤਰ ਲੈਟਰ ਲਿਖਦੇ ਹੁੰਦੇ ਸੀ, ਐਪਲੀਕੇਸ਼ਨ, ਅਤੇ ਉਹਦੇ ਵਿੱਚ ਲਿਖਿਆ ਹੁੰਦਾ ਸੀ ਨਾ, ਇੱਕ ਦਿਨ ਕੇ ਅਵਕਾਸ਼ ਕੇ लिए प्रार्थना पत्र लिखें। अवकाश का मतलब छुट्टी, खाली, वैकेंट, जो खाली है। सो ਉਹ ਜਦੋਂ ਘੜਾ ਬਣ ਜਾਂਦਾ ਹੈ ਅਤੇ ਕਹਿੰਦੇ ਅੰਦਰ ਉਹਦੇ ਜਿਹੜਾ ਹੈ ਆਕਾਸ਼ ਦਾ ਤੱਤ ਬਣ ਜਾਂਦਾ ਖਾਲੀ। ਜਦੋਂ ਤਾਂ ਹੁੰਦਾ ਹੈ ਖਾਲੀ ਜਗ੍ਹਾ ਘੜੇ ਦੇ ਵਿੱਚ, ਉਦੋਂ ਇਹਨੂੰ ਕਿਹਾ ਜਾਂਦਾ ਧਰਮ ਗ੍ਰੰਥਾਂ ਵਿੱਚ ਘਟਾ ਆਕਾਸ਼। ਜਿਵੇਂ ਆ ਬਿਲਡਿੰਗ ਹੈ, ਇਹਦੇ ਵਿੱਚ ਜਿਹੜੀ ਖਾਲੀ ਜਗ੍ਹਾ ਹੈ, ਇਹਦਾ ਨਾਮ ਵਿਦਵਾਨਾਂ ਨੇ ਰੱਖਿਆ ਮਟਾ ਆਕਾਸ਼। ਅਤੇ ਜੋ ਬੱਦਲਾਂ ਤੱਕ ਜਿਹੜਾ ਖਾਲੀ ਜਗ੍ਹਾ ਹੈ ਉਹਨੂੰ ਕਿਹਾ ਜਾਂਦਾ ਮੇਘਾ ਆਕਾਸ਼। ਅਤੇ ਜੋ ਬੱਦਲਾਂ ਤੋਂ ਵੀ ਉੱਪਰ ਦਾ ਜਿਹੜਾ ਬਹੁਤ ਵਿਸ਼ਾਲ ਖਲਾ ਹੈ, ਅਸਮਾਨ ਹੈ, ਉਹਨੂੰ ਕਿਹਾ ਜਾਂਦਾ ਮਹਾ ਆਕਾਸ਼। ਇਸ ਪ੍ਰਕਾਰ 4 ਪ੍ਰਕਾਰ ਕਰਕੇ ਇਹਨੂੰ ਵਰਣਨ ਕੀਤਾ ਜਾਂਦਾ ਹੈ। ਕਹਿੰਦੇ ਉਹ ਘੜਾ ਜਦੋਂ ਤਿਆਰ ਹੋ ਜਾਂਦਾ ਹੈ, ਅੰਦਰ ਉਹਦੇ ਖਾਲੀ ਜਗ੍ਹਾ ਹੁੰਦੀ ਹੈ, ਉਹ ਆਕਾਸ਼ ਦਾ ਤੱਤ ਹੈ। ਜਦੋਂ ਕਹਿੰਦੇ ਇਸ ਤਰ੍ਹਾਂ ਘੜਾ ਤਿਆਰ ਹੋ ਗਿਆ, ਅੰਦਰਲੇ ਪਾਸੇ ਖਾਲੀ ਜਗ੍ਹਾ ਹੋ ਗਈ, ਫਿਰ ਉਹਦੇ ਵਿੱਚ ਕਹਿੰਦੇ ਕਰਮਾ ਰੂਪੀ ਅਨਾਜ ਹੈ ਨਾ, ਜਿਹੜਾ ਕਰਮਾ ਰੂਪੀ ਦਾਣੇ ਆ ਉਹਦੇ ਵਿੱਚ ਧਰੇ ਜਾਂਦੇ ਆ, ਫਿਰ ਘੜਾ ਸਮਰੱਥ ਹੁੰਦਾ ਹੈ। ਇਕੱਲੀ ਮਿੱਟੀ ਦੇ ਵਿੱਚ ਪਾ ਕੇ ਦੇਖ ਲਓ ਖੜੇਗਾ, ਇਕੱਲੇ ਪਾਣੀ 'ਚ ਪਾ ਕੇ ਦੇਖ ਲਓ ਖੜੇਗਾ, ਇਕੱਲੇ ਆਕਾਸ਼ ਦੇ ਵਿੱਚ ਰੱਖ ਕੇ ਦੇਖ ਲਓ, ਬਿਲਕੁਲ ਨਹੀਂ। ਇਸੇ ਤਰ੍ਹਾਂ ਕਹਿੰਦੇ ਜਦੋਂ ਸਾਡਾ ਅੰਤਸ਼ਕਰਨ ਰੂਪੀ ਘੜਾ ਤਿਆਰ ਹੋ ਜਾਂਦਾ, ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ, ਸੋ ਉਸ ਤੋਂ ਬਾਅਦ ਜਦੋਂ ਕਹਿੰਦੇ ਸਤੋ ਗੁਣ ਦੀ ਮਿੱਟੀ, ਅੰਤःਕਰਨ ਰੂਪੀ ਪਿੰਡ, ਆਤਮ ਚੇਤਨ ਰੂਪ ਆਕਾਸ਼ ਅਤੇ ਅਗਿਆਨ ਰੂਪੀ ਜਲ, ਇਹ ਚੀਜ਼ਾਂ ਜਦੋਂ ਮਿਲ ਜਾਂਦੀਆਂ ਨਾ, ਅਤੇ ਫਿਰ ਕਹਿੰਦੇ ਇਹ ਸਾਡਾ ਅੰਤਸ਼ਕਰਨ ਰੂਪੀ ਘੜਾ। ਪਹਿਲਾਂ ਉਦਾਹਰਨ ਦਿੱਤੀ ਹੈ ਵੀ ਇੱਕ ਭੱਥਾ, ਹੁਣ ਦੂਜੀ ਅੰਤਰੀਵ ਉਦਾਹਰਨ ਦਿੱਤੀ ਹੈ ਭਾਈ ਸਾਹਿਬ ਜੀ ਨੇ, ਥੋੜ੍ਹੇ ਡੂੰਘੇ ਹੋ ਕੇ, ਥੋੜ੍ਹੀ ਗਹਿਰਾਈ ਵਿੱਚ ਜਾ ਕੇ। ਕਹਿੰਦੇ ਫਿਰ ਕਰਮਾ ਰੂਪੀ ਅਨਾਜ ਨੂੰ ਧਾਰਦਾ ਹੈ। ਕਹਿੰਦੇ ਤਿੰਨੇ ਹੀ ਤੱਤ ਮਿਲ ਕੇ ਇੱਕ ਘੜਾ ਬਣਾਉਂਦੇ ਆ। ਇਹਨਾਂ ਤਿੰਨਾਂ ਤੱਤਾਂ ਦੇ ਵਿੱਚੋਂ ਜੇ ਇੱਕ ਵੀ ਨਾ ਹੋਵੇ ਘੜਾ ਨਹੀਂ ਬਣਦਾ। ਇਹਨਾਂ ਤਿੰਨਾਂ ਦੇ ਸਮੁਦਾਇ ਦੇ ਨਾਲ ਘੜਾ ਸੁਧਾਰਿਆ ਸੰਵਾਰਿਆ ਜਾਂਦਾ ਹੈ। ਤੇ ਫਿਰ ਕਹਿੰਦੇ ਪਦਾਰਥ ਨੂੰ ਧਾਰਨ ਦੇ ਸਮਰੱਥ ਹੁੰਦਾ ਘੜਾ, ਜਦੋਂ ਘੜਾ ਤਿਆਰ ਹੋ ਜੇ। ਇਸੇ ਤਰ੍ਹਾਂ ਕਰਮਾ ਰੂਪੀ ਪਦਾਰਥ ਨੂੰ ਧਾਰਨ ਕਰਨ ਦੇ ਲਈ ਫਿਰ ਸਾਡਾ ਅੰਤਸ਼ਕਰਨ ਰੂਪੀ ਜਿਹੜਾ ਘਟ ਹੈ, ਹਿਰਦਾ ਹੈ, ਘੜਾ ਹੈ, ਇਹ ਤਿਆਰ ਹੋ ਜਾਂਦਾ ਹੈ। ਅਤੇ ਜੇਕਰ ਇਹਦੇ ਵਿੱਚ ਸ਼ਕਤੀ ਨਹੀਂ ਹੈ ਧਾਰਨ ਕਰਨ ਦੀ, ਫਿਰ ਪਦਾਰਥ ਨੂੰ ਕਿਵੇਂ ਧਾਰਨ ਕਰ ਲੂਗਾ। ਜਿਸ ਬੰਦੇ ਕੋਲ ਕੋਈ ਸਮਰੱਥਾ ਨਹੀਂ, ਸ਼ਕਤੀ ਨਹੀਂ, ਅਤੇ ਆਪਾਂ ਕਿਸੇ ਵਿਪਤਾ ਵਿੱਚ ਫਸੇ ਹੋਈਏ, ਜਾ ਕੇ ਉਹਨੂੰ ਕਹੀਏ ਵੀ ਸਾਨੂੰ ਰੱਖ ਲੈ ਆਪਣੇ ਕੋਲ, ਅਤੇ ਉਹ ਹੱਥ ਜੋੜੇਗਾ ਵੀ ਨਹੀਂ ਭਾਈ, ਮੇਰੇ 'ਚ ਇੰਨੀ ਤਾਕਤ ਨਹੀਂ ਮੈਂ ਤੈਨੂੰ ਕੋਲੇ ਰੱਖ ਸਕਾਂ, ਮੇਰਾ ਨੁਕਸਾਨ ਹੋ ਜਾਏਗਾ। ਜਿਵੇਂ ਭਾਈ ਨੰਦ ਲਾਲ ਜੀ, ਇਹ ਪਹਿਲਾਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਰਾਜ ਕਵੀ ਸਨ, ਦਰਬਾਰੀ ਕਵੀ ਸਨ। ਜਦੋਂ ਇਹਨਾਂ ਦਾ ਰੌਸ਼ਨ ਦਿਮਾਗ ਦੇਖਿਆ ਔਰੰਗਜ਼ੇਬ ਨੇ, ਅਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਔਰੰਗਜ਼ੇਬ ਆ ਉਹ ਐਸਾ ਤਵਸਵੀ ਮੁਸਲਮਾਨ ਸੀ ਵੀ ਜਿਹੜਾ ਵੀ ਉਹਨੂੰ ਲੱਗਦਾ ਨਾ ਵੀ ਚੰਗਾ ਬੰਦਾ, ਉਹਦੇ ਮਨ ਦੀ ਇਹ ਭਾਵਨਾ ਹੁੰਦੀ ਸੀ ਵੀ ਇਹ ਦੂਜੇ ਧਰਮ ਵਿੱਚ ਕਿਉਂ ਹੈ, ਸਾਡੇ ਇਸਲਾਮ ਵਿੱਚ ਹੋਣਾ ਚਾਹੀਦਾ। ਉਹਦੇ ਦਿਮਾਗ ਵਿੱਚ ਇਹ ਗੱਲ ਆਈ।
ਕਿ ਭਾਈ ਨੰਦ ਲਾਲ ਵਰਗਾ ਰੌਸ਼ਨ ਦਿਮਾਗ ਵਿਦਵਾਨ ਜੇਕਰ ਸਾਡੇ ਧਰਮ ਦੇ ਵਿੱਚ ਆ ਜਾਵੇ, ਇਸਲਾਮ ਨੂੰ ਧਾਰਨ ਕਰ ਲਵੇ, ਤੇ ਕਿੰਨਾ ਪਸਾਰਾ ਕਰ ਸਕਦਾ ਹੈ, ਇਸਲਾਮ ਨੂੰ ਕਿੰਨਾ ਵਧਾ ਸਕਦਾ ਹੈ। ਤੇ ਇਹ ਗੱਲ ਉਹਨੇ ਆਪਣੇ ਪੁੱਤਰ ਬਹਾਦਰ ਸ਼ਾਹ ਦੇ ਨਾਲ ਸਾਂਝੀ ਕੀਤੀ ਵੀ ਆਪਾਂ ਇਹਨੂੰ ਭਾਈ ਨੰਦ ਲਾਲ ਨੂੰ ਨਾ ਇਸਲਾਮ ਦੇ ਵਿੱਚ ਲੈ ਕੇ ਆਈਏ, ਤੇ ਦੇਖੋ ਸਾਡਾ ਇਸਲਾਮ ਕਿੰਨਾ ਵਧੇ ਫੁੱਲੇਗਾ। ਕਿਉਂਕਿ ਗੁਰਮੁਖੋ ਇਹ ਸੱਚਾਈ ਹੈ ਵੀ ਜਿਸ ਧਰਮ ਦੇ ਵਿੱਚ ਜਿੰਨੇ ਰੌਸ਼ਨ ਦਿਮਾਗ ਪੁਰਸ਼ ਹੋਣਗੇ ਨਾ, ਜਿੰਨੇ ਵਿਦਵਾਨ ਪੁਰਸ਼ ਹੋਣਗੇ, ਸੋ ਉਨਾ ਹੀ ਉਸ ਧਰਮ ਦਾ ਪਸਾਰਾ ਹੋਵੇਗਾ। ਅੱਜ ਸਾਡੀ ਕੌਮ ਦੇ ਵਿੱਚ ਵਿਦਵਾਨਾਂ ਦੀ ਜਿਹੜੀ ਅਣਹੋਂਦ ਤਾਂ ਨਹੀਂ ਕਹਿ ਸਕਦੇ, ਪਰ ਘਾਟ ਜ਼ਰੂਰ ਆਈ ਹੈ। ਚੰਗੇ ਚੰਗੇ ਵਿਦਵਾਨ ਜਿਹੜੇ ਹੈਗੇ ਹੈ ਉਹ ਪ੍ਰਗਟ ਨਹੀਂ ਹੋ ਰਹੇ, ਉਹ ਆਪੋ ਆਪਣੀ ਜਗ੍ਹਾ ਟਿਕ ਕੇ ਬੈਠੇ ਆ। ਉਹਦਾ ਕਾਰਨ ਕੀ ਹੈ ਵੀ ਸਾਡੀ ਸਿੱਖ ਕੌਮ ਅੱਜ ਵਿਦਵਾਨਾਂ ਦੀ ਕਦਰ ਕਰਨ ਵਾਲੇ ਪਾਸਿਓਂ ਬਿਲਕੁਲ ਜ਼ੀਰੋ ਲੈਵਲ 'ਤੇ ਪਹੁੰਚ ਚੁੱਕੀ ਹੈ। ਹਾਂ, ਉੱਦਾਂ ਕੋਈ ਭੇਖ ਦਿਖਾਵੇ ਵਾਲਾ ਆ ਜੇ ਫਿਰ ਬਹੁਤ ਭੱਜ ਕੇ ਆਪਾਂ ਜਾ ਕੇ ਪੈਰਾਂ ਵਿੱਚ ਡਿੱਗਦੇ ਹਾਂ। ਵਿਦਵਾਨ ਹੋਵੇ ਉਹਦਾ ਮਾਣ ਸਤਿਕਾਰ ਕਿਵੇਂ ਕਰਨਾ ਹੈ, ਇਹਨਾਂ ਚੀਜ਼ਾਂ ਤੋਂ ਅਸੀਂ ਅੱਜ ਬਹੁਤ ਪਿਛਾਂਹ ਹਟਦੇ ਜਾ ਰਹੇ ਹਾਂ। ਪਰ ਵੇਖੋ, ਔਰੰਗਜ਼ੇਬ ਨੂੰ ਆਪਾਂ ਤਵੱਸਵੀ ਕਹੋ ਜਾਂ ਜ਼ਾਲਮ ਕਹੋ, ਜੋ ਮਰਜ਼ੀ ਕਹੋ, ਪਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਤਾਂ ਚੰਗੀ ਸੀ ਨਾ ਵੀ ਇੱਦਾਂ ਦੇ ਜਿਹੜੇ ਵਿਦਵਾਨ ਪੁਰਸ਼ ਆ ਉਹ ਸਾਡੇ ਧਰਮ ਵਿੱਚ ਹੋਣੇ ਚਾਹੀਦੇ ਆ। ਹਾਲਾਂਕਿ ਉਹਦਾ ਤਰੀਕਾ ਗਲਤ ਸੀ। ਕੋਈ ਆਪਣੀ ਮਰਜ਼ੀ ਨਾਲ ਕਿਸੇ ਧਰਮ ਨੂੰ ਅਪਣਾਉਂਦਾ ਹੈ, ਉਹ ਵੱਖਰੀ ਗੱਲ ਹੈ, ਪਰ ਕਿਸੇ ਨੂੰ ਜ਼ੋਰ ਜ਼ਬਰਦਸਤੀ ਫੋਰਸਫੁਲੀ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ, ਤਲਵਾਰ ਦੇ ਜ਼ੋਰ ਨਾਲ ਲੈ ਕੇ ਆਉਣਾ, ਇਹਨੂੰ ਸਤਿਗੁਰੂ ਸਾਹਿਬ ਜੀ ਨੇ ਪ੍ਰਵਾਨ ਨਹੀਂ ਕੀਤਾ। ਸੋ ਉਹ ਜਦੋਂ ਇਹ ਗੱਲ ਚੱਲੀ ਵੀ ਜਿਹੜਾ ਨੰਦ ਲਾਲ ਹੈ ਬੜਾ ਤਕੜਾ ਵਿਦਵਾਨ ਹੈ, ਇਹਨੂੰ ਆਪਣੇ ਧਰਮ ਵਿੱਚ ਲੈ ਕੇ ਆਉਣਾ ਚਾਹੀਦਾ। ਅਤੇ ਨੰਦ ਲਾਲ ਦੇ ਨਾਲ ਨਾ ਬਹਾਦਰ ਸ਼ਾਹ ਦੀ ਬੜੀ ਬਣਦੀ ਸੀ, ਬੜਾ ਉਹਨਾਂ ਦਾ ਪਿਆਰ ਸੀ। ਅਤੇ ਉਹਨੂੰ ਉਹਦਾ ਖੈਰ ਖੁਆਹ ਜਾਣ ਕੇ, ਆਪਣਾ ਖੈਰ ਖੁਆਹ ਜਾਣ ਕੇ ਭਾਈ ਨੰਦ ਲਾਲ ਦਾ, ਬਹਾਦਰ ਸ਼ਾਹ ਨੇ ਉਹਨੂੰ ਇਕੱਲੇ ਨੂੰ ਬੁਲਾ ਕੇ ਕਿਹਾ ਵੀ ਮਿੱਤਰਾ, ਗੱਲ ਤਾਂ ਆਹ ਬਣ ਰਹੀ ਹੈ ਵੀ ਤੈਨੂੰ ਜਾਂ ਤਾਂ ਮਾਰ ਦਿੱਤਾ ਜਾਵੇਗਾ ਜੇ ਤੂੰ ਜਿੱਦ ਕਰੇਂਗਾ, ਨਹੀਂ ਤੈਨੂੰ ਇਸਲਾਮ ਧਾਰਨ ਕਰਨਾ ਪਵੇਗਾ ਅਤੇ ਤੂੰ ਆਪਣਾ ਕੋਈ ਹੀਲਾ ਵਸੀਲਾ ਕਰ ਲੈ। ਉਹ ਕਹਿੰਦਾ ਜੀ ਤੁਸੀਂ ਬਾਦਸ਼ਾਹ ਦੇ ਪੁੱਤਰ ਬਹਾਦਰ ਸ਼ਾਹ ਅਤੇ ਤੁਸੀਂ ਸਮਰੱਥ ਹੋ, ਤੁਸੀਂ ਮੇਰਾ ਕਰੋ ਕੋਈ ਹੱਲ। ਉਹ ਕਹਿੰਦਾ ਵੀ ਨਹੀਂ, ਮੈਂ ਸਮਰੱਥ ਨਹੀਂ ਇਸ ਕੰਮ ਨੂੰ ਕਰਨ ਦੇ ਵਿੱਚ, ਮੈਂ ਤੇਰੀ ਰੱਖਿਆ ਨਹੀਂ ਕਰ ਸਕਦਾ। ਕਹਿੰਦਾ ਫਿਰ ਮੈਨੂੰ ਕੋਈ ਟਿਕਾਣਾ ਦੱਸੋ। ਕਹਿੰਦੇ ਵੀ ਤੂੰ ਅਨੰਦਪੁਰ ਸਾਹਿਬ ਚਲਿਆ ਜਾ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਾ ਉਹ ਸਮਰੱਥ ਹੈ, ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾਂਦਾ ਨਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਉਹਨਾਂ ਦਾ ਬਿਰਧ ਹੈ, ਉਹਨਾਂ ਦਾ ਸੁਭਾਅ ਹੈ, ਉਹ ਇਸ ਗੱਲ ਵਿੱਚ ਸਮਰੱਥ ਹੈ ਵੀ ਉਹ ਸ਼ਰਨ ਗਿਆਂ ਦੀ ਲਾਜ ਰੱਖਦੇ ਹੈ, ਉਹ ਤੈਨੂੰ ਰੱਖਣਗੇ। ਗੁਰੂ ਨਾਨਕ ਦਾ ਘਰ ਤੇਰੀ ਰੱਖਿਆ ਕਰ ਸਕਦਾ। ਅਤੇ ਫਿਰ ਭਾਈ ਨੰਦ ਲਾਲ ਰਾਤੋਂ ਰਾਤ ਉੱਥੋਂ ਭੱਜਿਆ ਸੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਪਹੁੰਚਿਆ ਸੀ। ਫਿਰ ਇੰਨੇ ਪ੍ਰੇਮ ਨਾਲ, ਭਾਵਨਾ ਨਾਲ ਉਹਨੇ ਸੇਵਾ ਕਮਾਈ ਕਿ ਸਤਿਗੁਰੂ ਸਾਹਿਬ ਜੀ ਨੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਨੂੰ ਵੀ ਨਾ ਗੁਰਬਾਣੀ ਦੇ ਬਰਾਬਰ ਦਾ ਸਤਿਕਾਰ ਦੇ ਦਿੱਤਾ। ਅੱਜ ਜੇ ਗੁਰੂ ਕੀ ਬਾਣੀ ਦਾ ਕੀਰਤਨ ਹਰਿਮੰਦਰ ਸਾਹਿਬ ਵਿਖੇ ਹੋ ਸਕਦਾ ਹੈ, ਭਾਈ ਗੁਰਦਾਸ ਦੀ ਬਾਣੀ ਦਾ ਕੀਰਤਨ ਹਰਿਮੰਦਰ ਸਾਹਿਬ ਵਿਖੇ ਹੋ ਸਕਦਾ ਹੈ, ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਕੀਰਤਨ ਵੀ ਹਰਿਮੰਦਰ ਸਾਹਿਬ ਵਿਖੇ ਜਾਂ ਸੰਸਾਰ ਭਰ ਦੇ ਕਿਸੇ ਵੀ ਗੁਰੂ ਘਰ, ਕਿਸੇ ਵੀ ਕੀਰਤਨ ਸਮਾਗਮ ਦੇ ਵਿੱਚ ਕੀਤਾ ਜਾ ਸਕਦਾ ਹੈ। ਇੰਨਾ ਮਾਣ ਸਨਮਾਨ ਸਿਰਫ ਸਤਿਗੁਰੂ ਨੇ ਰੱਖਿਆ ਹੀ ਨਹੀਂ ਕੀਤੀ, ਸਗੋਂ ਬਹੁਤ ਉੱਚੀ ਪਦਵੀ ਵੀ ਬਖਸ਼ਿਸ਼ ਕੀਤੀ, ਕਿਉਂਕਿ ਗੁਰੂ ਸਮਰੱਥ ਹੈ। ਬਹਾਦਰ ਸ਼ਾਹ ਸਮਰੱਥ ਨਹੀਂ ਸੀ, ਉਹਨੇ ਹੱਥ ਬੰਨ੍ਹ ਤੇ ਹੱਥ ਖੜੇ ਕਰਦੇ ਵੀ ਮੈਂ ਸਮਰੱਥ ਨਹੀਂ। ਇਸੇ ਪ੍ਰਕਾਰ ਇੱਥੇ ਭਾਈ ਦਇਆ ਸਿੰਘ ਜੀ ਦੱਸ ਰਹੇ ਹੈ, ਅਤੇ ਕਹਿੰਦੇ ਜਿਹੜਾ ਕੋਈ ਸਮਰੱਥ ਹੋਊਗਾ ਉਹੀ ਧਾਰਨ ਕਰੂਗਾ ਨਾ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜਦੋਂ ਘੜਾ ਸਮਰੱਥ ਹੁੰਦਾ ਉਹ ਪਦਾਰਥ ਨੂੰ ਧਾਰਨ ਕਰਦਾ, ਜਦੋਂ ਅੰਤਸ਼ਕਰਨ ਸਮਰੱਥ ਹੋ ਜਾਂਦਾ ਉਹ ਕਰਮਾਂ ਨੂੰ ਧਾਰਨ ਕਰਦਾ ਹੈ। ਤੇ ਕਹਿੰਦੇ ਫਿਰ ਜਿਹੜੇ ਇਹ ਤਿੰਨੇ ਤੱਤ ਹੈ, ਕਹਿੰਦੇ ਜੇ ਨਿਜ ਨਿਜ ਆਪੋ ਆਪਣੀ ਜਗ੍ਹਾ ਦੇ ਉੱਤੇ ਕਹਿੰਦੇ ਨਿਆਰੇ ਨਿਆਰੇ ਹੋ ਜਾਣ, ਅਲੱਗ ਅਲੱਗ ਹੋ ਜਾਣ, ਫਿਰ ਕਹਿੰਦੇ ਪਦਾਰਥ ਨੂੰ ਧਰਨ ਦੀ ਸ਼ਕਤੀ ਨਹੀਂ ਧਾਰਨ ਕਰ ਸਕਦੇ। ਇਸੇ ਪ੍ਰਕਾਰ ਕਹਿੰਦੇ ਮਿੱਟੀ, ਪਾਣੀ ਤੇ ਇਹ ਜਿਹੜਾ ਮਿੱਟੀ ਦਾ ਢੇਲਾ, ਇਹ ਤਿੰਨੇ ਅਲੱਗ ਅਲੱਗ ਹੋ ਜਾਣ, ਘੜਾ ਨਹੀਂ ਬਣੇਗਾ। ਘੜਾ ਨਹੀਂ ਬਣੇਗਾ ਤਾਂ ਪਦਾਰਥ ਨੂੰ ਧਾਰਨ ਨਹੀਂ ਕਰ ਸਕਦੇ। ਇਸੇ ਪ੍ਰਕਾਰ ਕਹਿੰਦੇ ਜੋ ਇੱਕ ਆਤਮ ਚੇਤਨ ਹੈ, ਉਹਦਾ ਸਵਰੂਪ, ਉਹਦਾ ਆਭਾਸ ਹੈ। ਸੋ ਕਹਿੰਦੇ ਇਕੱਲਾ ਹੀ ਜਿਹੜਾ ਉਹ ਪ੍ਰਤੀਬਿੰਬ ਹੈ, ਆਭਾਸ ਹੈ, ਉਹ ਵੀ ਕਰਮਾਂ ਨੂੰ ਧਾਰਨ ਵਿੱਚ ਸਮਰੱਥ ਨਹੀਂ ਹੈ।
ਕਰਨ ਨਾ ਧਾਰੇ। ਤੇ ਇਕੱਲਾ ਜਿਹੜਾ ਅੰਤਸ਼ਕਰਨ ਹੈ, ਇਕੱਲਾ ਜਿਹੜਾ ਮਨ ਹੈ, ਉਹ ਵੀ ਕਰਮਾਂ ਨੂੰ ਧਾਰ ਨਹੀਂ ਸਕਦਾ। ਇਸੇ ਤਰ੍ਹਾਂ ਤੀਜਾ ਜਿਹੜਾ ਅਗਿਆਨ ਹੈ, ਇਹ ਵੀ ਇਕੱਲਾ ਕਰਮਾਂ ਨੂੰ ਨਹੀਂ ਧਾਰਨ ਕਰ ਸਕਦਾ। ਹਾਂ, ਤਿੰਨਾਂ ਦਾ ਜਦੋਂ ਸੰਯੋਗ ਹੁੰਦਾ ਹੈ, ਇਕੱਠੇ ਮਿਲਦੇ ਹਨ ਵਿਧੀ ਪੂਰਵਕ, ਉਸ ਵੇਲੇ ਕਰਮਾਂ ਨੂੰ ਧਾਰਨ ਕਰਨ ਦੇ ਵਿੱਚ ਸਮਰੱਥ ਸ਼ਕਤੀਵਾਨ ਹੁੰਦੇ ਹਨ। ਹਾਂ, ਫਿਰ ਕਹਿੰਦੇ ਜਿਹੜਾ ਅੰਤਸ਼ਕਰਨ ਰੂਪੀ ਭੱਥਾ ਹੈ, ਉਹਦੇ ਵਿੱਚ ਕਰਮਾ ਰੂਪੀ ਜਿਹੜੇ ਬਾਣ ਹੈ, ਕਰਮਾ ਰੂਪੀ ਤੀਰ ਹੈ, ਤਿੰਨ ਪ੍ਰਕਾਰ ਦੇ ਕਿਰੇਮਾਨ, ਸੰਚਿਤ ਕਰਮ ਤੇ ਪ੍ਰਾਲਬਧ ਕਰਮ, ਕਹਿੰਦੇ ਇਹ ਤਿੰਨੇ ਫਿਰ ਉਹਦੇ ਵਿੱਚ ਵਸਦੇ ਆ, ਉਹਨਾਂ ਨੂੰ ਧਾਰਨ ਦੇ ਸਮਰੱਥ ਹੁੰਦਾ ਅੰਤਸ਼ਕਰਨ। ਫਿਰ ਹੋਰ ਡੂੰਘਾ ਜਾ ਕੇ ਦੱਸਦੇ ਆ, ਕਹਿੰਦੇ ਜਿਵੇਂ ਤਰਕਸ਼ ਦੇ ਵਿੱਚੋਂ, ਭੱਥੇ ਦੇ ਵਿੱਚੋਂ ਇੱਕ ਤੀਰ ਕੱਢ ਲਈਏ ਤੇ ਫਿਰ ਕਹਿੰਦੇ ਉਹਨੂੰ ਖਿੱਚ ਕੇ ਧਨੁੱਖ ਦੇ ਵਿੱਚ ਚਿੱਲੇ ਤੇ ਚਾੜ ਕੇ ਛੱਡ ਦਈਏ ਅੱਗੇ ਨੂੰ, ਤੇ ਇਸ ਤਰ੍ਹਾਂ ਆਪਣੇ ਵੇਗ ਦੇ ਨਾਲ, ਆਪਣੀ ਗਤੀ ਦੇ ਨਾਲ ਸਭ ਪ੍ਰਕਾਰ ਕਰਕੇ ਤੇ ਕਹਿੰਦੇ ਉਹ ਨਿਸ਼ਫਲ ਹੋ ਜਾਂਦਾ ਹੈ, ਧਰਤੀ ਦੇ ਉੱਤੇ ਡਿੱਗ ਪੈਂਦਾ ਜਾ ਕੇ, ਜਿੱਥੇ ਆਪਾਂ ਨਿਸ਼ਾਨਾ ਸੇਧਿਆ ਹੁੰਦਾ ਹੈ ਉਸ ਜਗ੍ਹਾ ਤੇ ਵੱਜ ਕੇ ਫਿਰ ਉਹ ਡਿੱਗ ਪੈਂਦਾ ਹੈ, ਨਿਸ਼ਫਲ ਹੋ ਜਾਂਦਾ ਹੈ, ਬੇਕਾਰ ਹੋ ਜਾਂਦਾ ਹੈ। ਕਹਿੰਦੇ ਇਹਨੂੰ ਇਉਂ ਜਾਣੋ ਵੀ ਇਹ ਪ੍ਰਾਰਬਧ ਕਰਮ ਹੈ, ਪ੍ਰਾਰਬਧ ਕਰਮ ਹੈ। ਅੰਤਸ਼ਕਰਨ ਰੂਪੀ ਭੱਥੇ ਵਿੱਚੋਂ ਨਿਕਲਿਆ ਤੇ ਉਹ ਪੂਰੇ ਵੇਗ ਦੇ ਨਾਲ, ਗਤੀ ਦੇ ਨਾਲ ਚੱਲਿਆ, ਤੇ ਜੋ ਉਹਦਾ ਨਿਸ਼ਾਨਾ ਸੀ, ਜੋ ਉਹਨੇ ਸਾਨੂੰ ਫਲ ਭੁਗਤਾਉਣਾ ਸੀ, ਉਹ ਦੇ ਕੇ ਉਸ ਤੋਂ ਬਾਅਦ ਪ੍ਰਾਲਬਧ ਕਰਮ ਇਸ ਪ੍ਰਕਾਰ ਨਾਸ਼ ਹੋ ਜਾਂਦਾ। ਇਹਨੂੰ ਪ੍ਰਾਲਬਧ ਕਰਮ ਜਾਣੋ। ਸਾਰਿਆਂ ਨੂੰ ਕਹਿੰਦੇ ਇਹ ਫਲ ਦੇ ਕੇ ਆਪਣਾ ਪ੍ਰਾਰਬਧ ਕਰਮ ਹੈ, ਫਿਰ ਵਿਰਾਮ ਹੋ ਜਾਂਦਾ, ਵਿਸ਼ਰਾਮ ਕਰਦਾ, ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਫਿਰ ਕਹਿੰਦੇ ਤੀਰ ਦੇ ਭੱਥੇ ਦੇ ਵਿੱਚ ਜਿਹੜੇ ਤੀਰ ਥਿਰ ਹਨ, ਰੱਖੇ ਹੋਏ ਹਨ, ਟਿਕੇ ਹੋਏ ਹਨ, ਉਹਨਾਂ ਨੂੰ ਕਹਿੰਦੇ ਸੰਚਿਤ ਕਰਮ ਦਾ ਨਾਂ ਦੇ ਲਓ। ਉਹਨਾਂ ਨੂੰ ਇਹ ਸਮਝੋ ਵੀ ਇਹ ਸੰਚਿਤ ਕਰਮ ਹੈ, ਜਿਹੜੇ ਇਕੱਠੇ ਕੀਤੇ ਹੋਏ ਹਨ ਭੱਥੇ ਵਿੱਚ ਤੀਰ। ਕਹਿੰਦੇ ਜਦੋਂ ਉਹਨੂੰ ਧਨੁੱਖ ਦੇ ਨਾਲ ਜੋੜ ਲੈਂਦੇ ਹਾਂ ਆਪਾਂ, ਕਹਿੰਦੇ ਜਦੋਂ ਰੈਡੀ ਕਰ ਲਿਆ, ਤਿਆਰ ਕਰ ਲਿਆ ਉਹਨੂੰ ਚਿੱਲੇ ਦੇ ਉੱਤੇ ਚਾੜ ਕੇ, ਖਿੱਚ ਕੇ, ਕਹਿੰਦੇ ਉਸ ਵੇਲੇ ਇਹ ਸਮਝੋ ਵੀ ਉਹ ਕਿਰੇਮਾਨ ਕਰਮ ਹੈ। ਹਾਂ, ਜਿਨ੍ਹਾਂ ਕਰਮਾਂ ਨੇ ਇਹ ਸਰੀਰ ਦਿੱਤਾ, ਜਿਨ੍ਹਾਂ ਕਰਮਾਂ ਦੇ ਨਾਲ ਸਰੀਰ ਮਿਲਿਆ ਹੈ, ਕਹਿੰਦੇ ਉਹਨੂੰ ਪ੍ਰਾਲਬਧ ਕਰਮ ਜਾਣੋ। ਹੇ ਧੀਰਜਵਾਨ ਗੁਰ ਸਿੱਖੋ ਜਾਂ ਧੀਰ ਬੁੱਧੀਮਾਨ ਸਿੱਖੋ। ਕਹਿੰਦੇ ਅਨੇਕਾਂ ਜਨਮਾਂ ਦੇ ਅਸੀਂ ਜਿਹੜੇ ਇਹ ਪ੍ਰਾਲਬਧ ਕਰਮ ਹੈ, ਜਾਂ ਇਹ ਸਾਰੇ ਤਿੰਨੇ ਪ੍ਰਕਾਰ ਦੇ ਕਰਮ ਆ ਨਾ, ਇਹ ਸਿਰਫ ਇੱਕ ਜਨਮ ਦੇ ਨਹੀਂ ਹੁੰਦੇ, ਅਨੇਕਾਂ ਜਨਮਾਂ ਦੇ ਜਿਹੜੇ ਇਹ ਕਰਮ ਹੈ, ਇਹਨਾਂ ਨੂੰ ਅਸੀਂ ਇਕੱਤਰ ਕੀਤਾ ਹੁੰਦਾ, ਸਾਡੇ ਅੰਤਸ਼ਕਰਨ ਨੇ ਆਪਣੇ ਵਿੱਚ ਟਿਕਾਇਆ ਹੁੰਦਾ। ਤਿੰਨ ਪ੍ਰਕਾਰ ਦੇ ਕਰਮ ਕਹਿ ਦਿੱਤੇ। ਕਹਿੰਦੇ ਇੱਕ ਤਾਂ ਉਹ ਹੈ ਵੀ ਜਿਹੜੇ ਆਪਾਂ ਧਨੁੱਖ ਦੇ ਉੱਤੇ ਚਾੜ ਕੇ ਚਿੱਲਾ ਖਿੱਚ ਕੇ ਤੰਦੀ ਚਲਾ ਦਿੱਤਾ, ਜਿਹੜਾ ਚੱਲ ਕੇ ਨਿਸ਼ਾਨੇ ਤੇ ਵੱਜ ਕੇ ਡਿੱਗ ਪਿਆ, ਖਤਮ ਹੋ ਗਿਆ, ਉਹ ਤਾਂ ਹੈ ਪ੍ਰਾਰਬਧ ਕਰਮ। ਦੂਜਾ ਜਿਹੜਾ ਆਪਾਂ ਭੱਥੇ ਵਿੱਚੋਂ ਕੱਢਿਆ, ਉਹਨੂੰ ਚਿੱਲੇ ਉੱਤੇ ਚਾੜਿਆ, ਉਹਨੂੰ ਚੱਲਣ ਤੋਂ ਪਹਿਲਾਂ ਆਪਾਂ ਰੋਕ ਸਕਦੇ ਹਾਂ। ਜਿਹੜਾ ਚੱਲ ਗਿਆ ਉਹਨੂੰ ਤਾਂ ਨਹੀਂ ਰੋਕਿਆ ਜਾ ਸਕਦਾ ਨਾ, ਜਿਹਨਾਂ ਨਹੀਂ ਰੋਕਿਆ ਜਾ ਸਕਦਾ ਉਹ ਪ੍ਰਾਰਬਧ ਹੈ। ਤੇ ਜਿਹੜਾ ਅਸੀਂ ਚਿੱਲਾ ਖਿੱਚ ਵੀ ਰੱਖਿਆ ਪਰ ਫਿਰ ਉਹਨੂੰ ਢਿੱਲਾ ਕਰਕੇ ਛੱਡ ਦਿੱਤਾ, ਉਹ ਆਪਣੀ ਮਰਜ਼ੀ ਹੈ ਵੀ ਆਪਾਂ ਨੂੰ ਨਹੀਂ ਛੱਡਿਆ, ਉਹ ਕਹਿੰਦੇ ਸੰਚਿਤ ਕਰਮ ਹੈ, ਉਹ ਕਿਰੇਮਾਨ ਹੈ, ਜਿਹੜਾ ਆਪਾਂ ਤਿਆਰ ਕਰਕੇ ਛੱਡਿਆ। ਜਿਹੜੇ ਭੱਥੇ ਵਿੱਚ ਹੀ ਪਏ ਆ ਸੋ ਉਹ ਸੰਚਿਤ ਕਰਮ ਹੈ। ਤੇ ਇਸ ਪ੍ਰਕਾਰ ਦੇ ਕਹਿੰਦੇ ਕਰਮਾਂ ਦੇ ਨਾਲ ਇਹ ਸਰੀਰ ਮਿਲਦਾ ਹੈ, ਇਹ ਦੇਹੀ ਮਿਲਦੀ ਹੈ। ਤੇ ਇਹ ਕਹਿੰਦੇ ਇੱਕ ਜਨਮ ਦੇ ਨਹੀਂ, ਅਨੇਕਾਂ ਜਨਮਾਂ ਦੇ ਅਸੀਂ ਇਕੱਤਰ ਕੀਤੇ ਹਨ। ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਹੁੰਦਾ ਨਾ, ਕੋਟ ਕਰਮ ਜਾਂ ਕੋਟ ਜਨਮ ਕੇ ਦੁੱਖ ਗਵਾਇਓ, ਮਤਲਬ ਕਰੋੜਾਂ ਜਨਮਾਂ ਦੇ ਜਿਹੜੇ ਕਰਮ ਹੈ ਉਹ ਆਪਾਂ ਇਕੱਤਰ ਸੰਚਿਤ ਕਰ ਰੱਖੇ ਹਨ। ਸੋ ਉਹਨਾਂ ਨੂੰ ਕਹਿੰਦੇ ਸੰਚਿਤ ਕਰਮ ਕਹਿੰਦੇ ਆ। ਇਹ ਅਲੱਗ-ਅਲੱਗ ਤਰ੍ਹਾਂ ਦੇ ਹਨ।
ਤੇ ਜਿਹੜੀ ਕਿਰਿਆ ਅਸੀਂ ਨਿੱਤਾ ਪ੍ਰਤੀ ਕਰਦੇ ਹਾਂ ਅਭਿਮਾਨ ਦੇ ਹੰਗਤਾ ਦੇ ਸਹਿਤ ਆ ਮੈਂ ਆ ਮੇਰਾ, ਸੋ ਕਹਿੰਦੇ ਜਿਹੜੀ ਆਪਾਂ ਨਿੱਤਾ ਪ੍ਰਤੀ ਦੀ ਕਿਰਿਆ ਕਰਦੇ ਹਾਂ ਉਹ ਚੰਗੀ ਕਰ ਲਈਏ ਚਾਹੇ ਮਾੜੀ ਕਰ ਲਈਏ। ਮੰਨ ਲਓ ਦਿਨ ਭਰ ਆਪਾਂ ਗੁਰੂ ਕੇ ਲੰਗਰ ਵਿੱਚ ਸੇਵਾ ਕੀਤੀ, ਉਹ ਚੰਗਾ ਕਰਮ ਹੋ ਗਿਆ, ਕਿਰਿਆ ਹੋਈ। ਤੇ ਇਸੇ ਪ੍ਰਕਾਰ ਆਪਾਂ ਕੋਈ ਸਵੇਰ ਤੋਂ ਹੀ ਕੋਈ ਬੰਦਾ ਸ਼ਰਾਬ ਪੀਣ ਲੱਗ ਪਏ, ਗੁਆਂਢੀਆਂ ਨੂੰ ਗਾਲਾਂ ਕੱਢੀ ਜਾਵੇ, ਲੜਾਈ ਝਗੜਾ ਕਰ, ਹੈ ਤਾਂ ਉਹ ਵੀ ਕਰਮ, ਉਹ ਵੀ ਕਿਰਿਆ। ਪਰ ਇੱਥੇ ਕਰਮਾਂ ਦੇ ਦੋ ਰੂਪ ਹੋ ਗਏ, ਚੰਗਾ ਕਰਮ ਤੇ ਮਾੜਾ ਕਰਮ। ਇਹ ਜਿਹੜਾ ਆਪਾਂ ਕਰ ਲਿਆ ਨਾ, ਇਹ ਕਿਰੇਮਾਨ ਕਰਮ ਹੋ ਰਿਹਾ ਹੈ। ਸੋ ਕਹਿੰਦੇ ਜਿਹੜੀ ਕਿਰਿਆ ਜਿਹੜਾ ਕਰਮ ਨਿੱਤਾ ਪ੍ਰਤੀ ਅਸੀਂ ਅਭਿਮਾਨ ਦੇ ਸਹਿਤ ਹੰਕਾਰ ਦੇ ਸਹਿਤ ਕਰਦੇ ਹਾਂ। ਕਹਿੰਦੇ ਹੇ ਸੁਜਾਨ, ਹੇ ਬੁੱਧੀਮਾਨ ਖਾਲਸਾ ਜੀ, ਗੁਰੂ ਕੀ ਸੰਗਤ ਜੀ, ਇਹਨਾਂ ਨੂੰ ਕਹਿੰਦੇ ਕਿਰੇਮਾਨ ਕਰਮ ਜਾਣੋ। ਫਿਰ ਕਹਿੰਦੇ ਜਿਹੜੇ ਅਸੀਂ ਬਣਾ ਸਵਾਰ ਕੇ ਇਹ ਕਿਰੇਮਾਨ ਕਰਮ ਆਖੇ ਹਨ। ਅੱਗੇ ਕਹਿੰਦੇ ਇਹਦੀ ਤ੍ਰੈ ਸੰਗਿਆ, ਤਿੰਨ ਪ੍ਰਕਾਰ, ਤਿੰਨ ਕਿਸਮਾਂ ਬਣ ਜਾਂਦੀਆਂ ਹਨ। ਸੋ ਇਹ ਜਿਹੜੀਆਂ ਤਿੰਨ ਕਿਸਮਾਂ ਹਨ, ਇਹ ਕਿਹੜੀਆਂ ਕਿਹੜੀਆਂ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਸਥਾਰ ਸਹਿਤ ਵਿਚਾਰਾਂਗੇ। ਹੁਣ ਸਮਾਂ ਸਮਾਪਤੀ ਦਾ ਹੋ ਚੱਲਿਆ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ, ਅੱਗੇ ਵਾਸਤੇ ਸੁੱਧ ਸਪਸ਼ਟ ਸੇਵਾ ਆਪਣੇ ਦਰ ਘਰ ਵਿਖੇ ਆਪ ਲੈਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।